ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਸਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਬੇਅੰਤ ਅਤਿਅੰਤ ਕਿਰਪਾਲਤਾ ਦੇ ਸਦਕਾ ਹਜੂਰ ਨੇ ਸਾਨੂੰ ਯਾਦ ਕਰਕੇ ਇਸ ਸਤ ਸੰਗਤ ਦੀਆਂ ਘੜੀਆਂ ਵਿੱਚ ਬਿਠਾਇਆ ਹੈ। ਮਹਾਰਾਜ ਜੀਆਂ ਦੇ ਖੁਸ਼ੇ ਹਨ ਅਤੇ ਖਾਲਸਾ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਸਤ ਸੰਗਤ ਸਭ ਨਿਸ਼ਚੈ ਤਰੈ, ਗੁਰ ਕੀ ਸਰਨੀ ਆਏ, ਇਹਾਂ ਭੁਗਤ ਆਗੈ ਮੁਕਤ, ਮਾਰਗ ਬੇਦ ਬਤਾਏ। ਜਿਸ ਤਰ੍ਹਾਂ ਜੋ ਹਜੂਰ ਦੀ ਸਤ ਸੰਗਤ ਵਿੱਚ ਆ ਜਾਂਦਾ ਹੈ, ਉਸ ਦੇ ਤਰਨ ਵਿੱਚ ਰੰਚਕ ਮਾਤਰ ਵੀ ਸ਼ੰਕਾ ਨਹੀਂ ਰਹਿੰਦਾ। ਇੱਕ ਨਾ ਨੂੰ ਸਭ ਸੋਝੀ ਆਈ। ਇੱਕ ਖਾਲਸਾ ਜੀ ਜੋ ਪ੍ਰੇਮ ਨਾਲ ਸਤ ਸੰਗਤ ਕਰਦੇ ਹਨ, ਉਹਨਾਂ ਨੂੰ ਸੋਝੀ ਆ ਜਾਂਦੀ ਹੈ। ਦੇਖ ਸੰਸਾਰ ਫਾਨੀ ਸੰਸਾਰ ਹੈ, ਸਭ ਨੇ ਇੱਥੋਂ ਚਲੇ ਜਾਣਾ ਹੈ। ਸੇਵਾ ਕਰਨ ਨੂੰ ਕਈ ਵਾਰ ਮਨ ਨਹੀਂ ਕਰਦਾ, ਪਰ ਫਿਰ ਵੀ ਕਹਿੰਦੇ ਹਨ, ਹਜੂਰ ਦੇ ਬਚਨ ਹਨ ਕਿ ਸੇਵਾ ਕਰਨ ਨਾਲ ਤਨ ਵੀ ਪਵਿੱਤਰ ਹੋ ਜਾਂਦਾ ਹੈ। ਕਿਉਂਕਿ ਖਾਲਸਾ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਸੰਤ ਕੀ ਸੇਵਾ ਨਾਮ ਧਿਆਈਐ। ਮਨ ਕਰਕੇ ਗੁਰਸਿੱਖ ਪ੍ਰੇਮ ਵਾਲੇ ਨਾਮ ਧਿਆਉਂਦੇ ਹਨ ਅਤੇ ਖਾਲਸਾ ਜੀ ਤਨ ਕਰਕੇ ਵੀ ਸੇਵਾ ਕਰਦੇ ਹਨ। ਕਹਿੰਦੇ ਹਨ, ਤਨ ਤਾਂ ਨਾਸ਼ਵੰਤ ਹੈ, ਇਹ ਤਨ ਤੋਂ ਹੱਡੀਆਂ ਤੋਂ ਕੀ ਕਰਾਉਣਾ ਹੈ, ਇਹਨੂੰ ਵੀ ਸੇਵਾ ਵਿੱਚ ਲਾ ਕੇ ਪਵਿੱਤਰ ਕਰ ਦਈਏ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹਾ, ਅਮਲ ਜੇ ਕੀਤਾ ਦੁਨੀ ਵਿੱਚ। ਭਾਵ ਜੇ ਇਸ ਦੁਨੀਆ ਵਿੱਚ ਆ ਕੇ ਜਿਹੜੇ ਚੰਗੇ ਕਰਮ ਜੇ ਕਿਸੇ ਨੇ ਕੀਤੇ ਹਨ, ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਭਾਈ ਪ੍ਰਾਣਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹਨ, ਸੁਖਮਣੀ ਸਾਹਿਬ ਦੇ ਅਭਿਆਸੀ ਹਨ। ਗੁਰਸਿੱਖੀ ਭਾਈ ਪ੍ਰਾਣਾ ਜੀਆਂ ਦੇ ਪ੍ਰਾਣਾ ਵਿੱਚ ਚੱਲਦੀ ਹੈ। ਭਾਈ ਪ੍ਰਾਣਾ ਜੀ ਖਾਲਸਾ ਜੀ ਉਸ ਸਮੇਂ ਵੀ ਹਜੂਰ ਦੇ ਨਾਲ ਸਨ, ਜਿਸ ਸਮੇਂ ਹਜੂਰ ਨੇ ਸ਼ਹੀਦ ਹੋਏ ਸਨ। ਤਾਂ ਭਾਈ ਪ੍ਰਾਣਾ ਜੀ ਉਸ ਸਮੇਂ ਤੋਂ ਬਾਅਦ ਬਿਰਾਗ ਹੋ ਗਿਆ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਪਾਸ ਰਹਿ ਕੇ ਜਿਸ ਤਰ੍ਹਾਂ ਅੰਮ੍ਰਿਤ ਵੇਲੇ ਹੀ ਜੰਗਲਾਂ ਨੂੰ ਚਲੇ ਜਾਂਦੇ ਸਨ, ਸਾਰਾ ਦਿਨ ਸਿਮਰਨ ਕਰਦੇ ਸਨ ਤੇ ਸ਼ਾਮ ਨੂੰ ਆਉਂਦੇ ਹੋਏ ਲੰਗਰਾਂ ਵਾਸਤੇ ਲੱਕੜਾਂ ਕੱਟ ਕੇ ਲੈ ਆਇਆ ਕਰਦੇ ਸਨ। ਇੱਕ ਦਿਨ ਕੀ ਹੋਇਆ, ਇੱਕ ਸ਼ਾਹੂਕਾਰ ਸੀ ਅਤੇ ਖਾਲਸਾ ਜੀ ਉਹ ਭਾਰੀ ਪੰਡ ਚੱਕੀ ਲੈ ਕੇ ਜਾ ਰਿਹਾ ਸੀ ਤੇ ਉਸ ਨੂੰ ਬੁਖਾਰ ਸੀ। ਭਾਈ ਪ੍ਰਾਣਾ ਜੀਆਂ ਦੇ ਪਾਸ ਆ ਕੇ ਡਿੱਗ ਪਿਆ। ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਦਇਆ ਬਹੁਤ ਹੁੰਦੀ ਹੈ। ਭਾਈ ਪ੍ਰਾਣਾ ਜੀ ਪੁੱਛਦੇ ਹਨ, ਸ਼ਾਹੂਕਾਰ ਜੀ ਕੀ ਤੁਹਾਡੀ ਮਦਦ ਕਰ ਸਕਦੇ ਹਾਂ? ਤਾਂ ਸ਼ਾਹੂਕਾਰ ਨੇ ਕਿਹਾ ਕਿ ਜੇ ਤੁਸੀਂ ਪੰਡ ਚੁੱਕ ਲਵੋ, ਫਿਰ ਮੈਂ ਹੌਲੀ ਹੌਲੀ ਤੁਰ ਕੇ ਤੁਹਾਡੇ ਪਿੱਛੇ ਆ ਜਾਵਾਂਗਾ। ਤਾਂ ਭਾਈ ਪ੍ਰਾਣਾ ਜੀ ਕਹਿੰਦੇ ਹਨ, ਜਾਂ ਤਾਂ ਤੁਸੀਂ ਮੈਨੂੰ ਰਸਤੇ ਵਿੱਚ ਗੁਰੂ ਸਾਹਿਬ ਦੀਆਂ ਕੋਈ ਬਾਤ ਸੁਣਾਇਓ ਤੇ ਜਾਂ ਮੇਰੇ ਤੋਂ ਸੁਣਿਓ, ਕੋਈ ਹੋਰ ਗੱਲ ਨਹੀਂ ਅਸੀਂ ਰਸਤੇ ਵਿੱਚ ਕਰਾਂਗੇ। ਤਾਂ ਸ਼ਾਹੂਕਾਰ ਕਹਿੰਦਾ, ਮੈਨੂੰ ਤਾਂ ਗੁਰੂ ਸਾਹਿਬ ਦੀ ਕੋਈ ਗੱਲ ਆਉਂਦੀ ਨਹੀਂ, ਤੁਸੀਂ ਹੀ ਸੁਣਾ ਦਿਓ। ਫਿਰ ਭਾਈ ਪ੍ਰਾਣਾ ਜੀ ਜਿਸ ਤਰ੍ਹਾਂ ਲੱਗੇ ਜਾਂਦੇ ਹਨ, ਜਿਸ ਸਮੇਂ ਖਾਲਸਾ ਜੀ ਭਾਈ ਪ੍ਰਾਣਾ ਜੀ ਸੁਖਮਣੀ ਸਾਹਿਬ ਆਰੰਭ ਕਰ ਲੈਂਦੇ ਹਨ, ਜਿਸ ਸਮੇਂ ਘਰੇ ਪਹੁੰਚਣ ਲੱਗਿਆ ਤਾਂ ਸ਼ਾਹੂਕਾਰ ਪ੍ਰਣਾਮ ਕਰਦਾ ਹੈ ਜਾਣ ਲੱਗਿਆ ਭਾਈ ਪ੍ਰਾਣਾ ਜੀਆਂ ਨੂੰ। ਖਾਲਸਾ ਜੀ ਹਜੂਰ ਦੇ ਜੋ ਗੁਰਸਿੱਖ ਹੁੰਦੇ ਹਨ, ਤ੍ਰੈ ਕਾਲ ਦਰਸ਼ੀ ਹੁੰਦੇ ਹਨ, ਤਾਂ ਕੀ ਦੇਖਦੇ ਹਨ, ਭਾਈ ਪ੍ਰਾਣਾ ਜੀ 8 ਦਿਨਾਂ ਨੂੰ ਇਸ ਸ਼ਾਹੂਕਾਰ ਦੀ ਮੌਤ ਹੋ ਜਾਣੀ ਹੈ। ਤਾਂ ਸ਼ਾਹੂਕਾਰ ਨੂੰ ਪਾਸੇ ਬੁਲਾ ਕੇ ਕਹਿੰਦੇ ਹਨ, ਦੇਖ ਸ਼ਾਹੂਕਾਰਾ, ਤੇਰੀ 8 ਦਿਨਾਂ ਨੂੰ ਮੌਤ ਹੋ ਜਾਣੀ ਹੈ, ਹੁਣ ਭਜਨ ਬੰਦਗੀ ਕਰ ਲੈ ਜਿੰਨੀ ਹੁੰਦੀ ਹੋ, ਨਾਲੇ ਤੈਨੂੰ ਸਾਡਾ ਇਹ ਮਿਲਾਪ ਚੇਤੇ ਰਵੇਗਾ। ਦਰਗਾਹ ਦੇ ਵਿੱਚ ਜਦੋਂ ਤੇਰੇ ਕਰਮਾਂ ਦਾ ਨਿਬੇੜਾ ਹੋਵੇਗਾ, ਉਸ ਜਗ੍ਹਾ ਤੇ ਤੈਨੂੰ ਪੁੱਛਿਆ ਜਾਵੇਗਾ ਕਿ ਜਿਹੜੇ ਤੂੰ ਇਹ ਪਾਠ ਸੁਣੇ ਹਨ, ਜਿਹੜੇ ਇਹ ਤੂੰ ਚੰਗੇ ਅਮਲ ਕੀਤੇ ਹਨ, ਉਸ ਦਾ ਜਦੋਂ ਨਿਬੇੜਾ ਹੋਊਗਾ, ਜਦੋਂ ਉਹ ਪੁੱਛਣਗੇ ਤੈਨੂੰ ਸਵਰਗਾਂ ਬਾਬਤ ਵੀ ਪੁੱਛਣਗੇ ਤੇ ਸਤ ਸੰਗਤ ਬਾਬਤ ਵੀ ਪੁੱਛਣਗੇ। ਤੂੰ ਕਹਿ ਦੀ ਮੈਂ ਸਤ ਸੰਗਤ ਵੱਲ ਜਾਣਾ ਹੈ, ਅਸੀਂ ਵੀ ਥੋੜੇ ਦਿਨਾਂ ਨੂੰ ਸਰੀਰ ਤਿਆਗ ਜਾਣਾ ਹੈ, ਉੱਥੇ ਤੈਨੂੰ ਮਿਲਾਂਗੇ। ਭਾਈ ਪ੍ਰਾਣਾ ਜੀ ਚਲੇ ਜਾਂਦੇ ਹਨ। ਜਿਸ ਸਮੇਂ ਖਾਲਸਾ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਰਸ਼ਨ ਕਰਕੇ ਭਾਈ ਪ੍ਰਾਣਾ ਜੀ ਜਿਸ ਸਮੇਂ ਸਰੀਰ ਤਿਆਗ ਦਿੰਦੇ ਹਨ, ਉਧਰੋਂ ਸ਼ਾਹੂਕਾਰ ਚੜ੍ਹਾਈ ਕਰ ਜਾਂਦਾ ਹੈ। ਜਿਸ ਸਮੇਂ ਉਸ ਦੇ ਕਰਮਾਂ ਦਾ
ਭਾਵ ਨਬੇੜਾ ਉੱਥੇ ਲੇਖਾ ਜੋਖਾ ਹੁੰਦਾ ਹੈ, ਤਾਂ ਖਾਲਸਾ ਜੀ ਉਹ ਕੀ ਦੇਖਦੇ ਹਨ ਕਿ ਇਹਨੇ ਤਾਂ ਕੋਈ ਚੰਗੇ ਅਮਲ ਹੀ ਨਹੀਂ ਕੀਤੇ, ਸਾਰੀ ਉਮਰ ਲੋਕਾਂ ਨਾਲ ਠੱਗੀਆਂ ਦਗੇ ਕਰਦਾ ਰਿਹਾ ਹੈ। ਪਰ ਉੱਥੋਂ ਕੀ ਦੇਖਦੇ ਹਨ, 8 ਦਿਨ ਪਹਿਲਾਂ ਇਸ ਨੂੰ ਇੱਕ ਭਲੇ ਪੁਰਖ ਦੀ ਸੰਗਤ ਹੋਈ ਹੈ। ਤਾਂ ਉਹ ਪੁੱਛਦੇ ਹਨ, ਦੱਸ ਤੈਨੂੰ ਕੀ ਚਾਹੀਦਾ ਹੈ, 1 ਘੰਟੇ ਲਈ ਤੈਨੂੰ ਭਾਵ ਸਤ ਸੰਗਤ ਵਿੱਚ ਭੇਜ ਦਿੱਤਾ ਜਾਵੇ ਕਿ 1 ਸਾਲ ਦਾ ਸਵਰਗ ਚਾਹੀਦਾ ਹੈ। ਉਹ ਕਹਿੰਦਾ ਹੈ, ਮੈਨੂੰ 1 ਘੰਟੇ ਵਾਸਤੇ ਤੁਸੀਂ ਮੈਨੂੰ ਸਤ ਸੰਗਤ ਵਿੱਚ ਹੀ ਭੇਜ ਦੇਵੋ। ਤਾਂ ਖਾਲਸਾ ਜੀ ਜਦੋਂ ਉਹਨੂੰ ਸਤ ਸੰਗਤ ਵਿੱਚ ਭੇਜਿਆ ਜਾਂਦਾ ਹੈ, ਜਮਦੂਤ ਬਾਹਰ ਖੜ ਜਾਂਦੇ ਹਨ, ਕਹਿੰਦੇ ਹਨ ਅਸੀਂ ਅੱਗੇ ਨਹੀਂ ਜਾ ਸਕਦੇ। ਖਾਲਸਾ ਜੀ ਫਿਰ ਜਦੋਂ ਭਾਈ ਪ੍ਰਾਣਾ ਜੀਆਂ ਨੂੰ ਉੱਥੇ ਪਛਾਣ ਲੈਂਦਾ ਹੈ, ਤਾਂ ਖਾਲਸਾ ਜੀ ਭਾਈ ਪ੍ਰਾਣਾ ਜੀ ਉਹਦੇ ਚਿਹਰੇ ਤੇ ਭਾਵ ਉੱਡਿਆ ਹੋਇਆ ਰੰਗ ਦੇਖ ਕੇ ਪੁੱਛਦੇ ਹਨ, ਕੀ ਗੱਲ ਹੈ? ਤਾਂ ਕਹਿੰਦੇ ਹਨ ਕਿ ਮੈਨੂੰ 1 ਘੰਟੇ ਨੂੰ ਇੰਨਾ ਲੈ ਜਾਣਾ ਹੈ। ਭਾਈ ਪ੍ਰਾਣਾ ਕਹਿੰਦਾ, ਇੱਥੇ ਨਹੀਂ ਆ ਸਕਦੇ, ਤੂੰ ਇੱਥੇ ਹੁਣ ਬਹਿ ਕੇ ਸਾਰੀ ਉਮਰ ਤੂੰ ਪਾਠ ਭਜਨ ਬੰਦਗੀ ਕਰਿਆ ਕਰ। ਇਹ ਖਾਲਸਾ ਜੀ 1 ਮਿੰਟ ਦੀ ਕੀਤੀ ਹੋਈ ਸੰਗਤ ਦਾ ਵੀ ਇੰਨਾ ਲਾਭ ਹੈ, ਕਿਉਂਕਿ ਜਿਸ ਤਰ੍ਹਾਂ ਯਮਰਾਜ ਕਹਿੰਦਾ ਹੈ, ਨਾ ਹਾਂ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ, ਕਹਿੰਦਾ ਹੈ ਆਪਣੇ ਦੂਤਾਂ ਨੂੰ, ਜੇ ਤੁਸੀਂ ਕਿਸੇ ਗੁਰਸਿੱਖ ਵੱਲ ਚਲੇ ਗਏ, ਕਰਨੀ ਵਾਲੇ ਨੂੰ ਤੁਸੀਂ ਜੇ ਕਿਸੇ ਨੇ ਤੁਸੀਂ ਚਲੇ ਗਏ, ਨਾ ਤਾਂ ਨਾ ਹਾਂ ਨਾ ਮੈਂ ਛੁੱਟਣਾ, ਨਾ ਤੂੰ ਨਿਕਟ ਨਾ ਜਾਈਓ ਦੂਤ, ਕਿ ਆਪਾਂ ਛੁੱਟ ਨਹੀਂ ਸਕਾਂਗੇ। ਐਸੀ ਸਤਿਗੁਰਾਂ ਦੇ ਗੁਰਸਿੱਖਾਂ ਦੀ ਸੰਗਤ ਕਰਨ ਦਾ ਫਲ ਹੈ। ਆਓ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਰਾਗ ਦੇਵ ਗੰਧਾਰੀ ਵਿੱਚ ਜਿਸ ਤਰ੍ਹਾਂ ਹਜੂਰ ਸੰਸਾਰ ਦੀ ਹਾਲਤ ਦਿਖਾਉਂਦੇ ਹਨ, ਵਿਰਾਗ ਪੈਦਾ ਕਰਦੇ ਹਨ ਤੇ ਚਰਨਾਂ ਨਾਲ ਕਿਸ ਤਰ੍ਹਾਂ ਪ੍ਰੇਮ ਲੱਗ ਜਾਵੇ। ਹਜੂਰ ਉਪਦੇਸ਼ ਦੱਸਦੇ ਹਨ, ਦੇਖ ਸੰਸਾਰ ਐਸਾ ਹੈ, ਪਰ ਹਜੂਰ ਅਸੀਂ ਤਾਂ ਤੁਹਾਨੂੰ ਪ੍ਰੇਮ ਕਰਦੇ ਹਾਂ। ਹਜੂਰ ਕਹਿੰਦੇ ਹਨ, ਨਹੀਂ, ਤੁਸੀਂ ਸੰਸਾਰ ਨੂੰ ਜਿਸ ਤਰ੍ਹਾਂ ਖਾਲਸਾ ਜੀ ਜਿਸ ਤਰ੍ਹਾਂ ਹਜੂਰ ਮਨ ਦੀ ਹਾਲਤ ਦਿਖਾਉਣਗੇ, ਜੇ ਪ੍ਰੇਮ ਹੋਵੇ ਤਾਂ ਨੀਂਦ ਨਹੀਂ ਆਇਆ ਕਰਦੀ। ਜਿਸ ਤਰ੍ਹਾਂ ਖਾਲਸਾ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਸ ਸਮੇਂ ਖਾਲਸਾ ਜੀ ਸਾਰਾ ਸੰਸਾਰ ਬੜੇ ਬੜੇ ਕਰਮ ਕਰਦਾ ਹੈ, ਸਾਡੇ ਸੁਰਤੇ ਜੁੜ ਜਾਣ, ਅਸੀਂ ਵਿਸਮਾਦ 'ਚ ਚਲੇ ਜਾਈਏ, ਸਾਡੇ ਮਨ ਨੂੰ ਆਨੰਦ ਆਵੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਐਸੀ ਪ੍ਰੀਤ ਕਰਦੇ ਹਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਨਾਲ। ਹਜੂਰ ਕਹਿੰਦੇ ਹਨ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਬਿਸਮ ਹੋਏ ਜਾਏ। ਮਹਾਰਾਜ ਜੀ ਤੁਹਾਡੇ ਕਿਹੜੇ ਕਿਹੜੇ ਗੁਣ ਕਹਿਣਾ ਕਰੀਏ। ਮਹਾਰਾਜ ਜੀ ਜਦੋਂ ਤੁਸੀਂ ਮੁਖ ਤੋਂ ਕੁਝ ਬੋਲਦੇ ਹੋ, ਹਜੂਰ ਵਿਸਮਾਦ ਛਾ ਜਾਂਦਾ ਹੈ, ਦਾਸਰਿਆਂ ਦੇ ਹਿਰਦੇ ਠਰ ਜਾਂਦੇ ਹਨ, ਹਜੂਰ ਸੂਝ ਬੂਝ ਹੀ ਭੁੱਲ ਜਾਂਦੀ ਹੈ। ਐਸਾ ਪ੍ਰੇਮ ਕਰਦੇ ਹਨ ਪ੍ਰੇਮ ਵਾਲੇ ਗੁਰਸਿੱਖ। ਆਓ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇਵ ਗੰਧਾਰੀ ਰਾਗ ਵਿੱਚ ਹਜੂਰ ਦਾ ਇਹ ਤੀਸਰਾ ਸ਼ਬਦ ਹੈ, ਕੱਲ ਵਾਲੀ ਹੀ ਉਥਾਨਕਾ ਹੈ। ਜਿਸ ਤਰ੍ਹਾਂ ਇੱਕ ਗੁਰਸਿੱਖ ਸਤ ਸੰਗਤ ਵਿੱਚ ਆਇਆ ਕਰਦਾ ਸੀ, ਹਜੂਰ ਨੇ ਜਿਸ ਤਰ੍ਹਾਂ ਪੁੱਛਿਆ ਸੀ ਸਿੱਖਾਂ ਨੂੰ ਕਿ ਉਹ ਹੁਣ ਕਦੇ ਸਤ ਸੰਗਤ ਵਿੱਚ ਦਿਖਿਆ ਨਹੀਂ, ਤਾਂ ਸਿੱਖਾਂ ਨੇ ਆਖਿਆ ਸੀ ਸਤ ਸੰਗੀਆਂ ਨੇ ਕਿ ਹਜੂਰ ਉਸ ਦਾ ਗ੍ਰਸਤੀ ਹੋ ਗਿਆ ਹੈ, ਆਨੰਦ ਕਾਰਜ ਹੋ ਗਿਆ ਹੈ। ਜਦੋਂ ਹਜੂਰ ਉਸ ਨੂੰ ਮਿਲੇ, ਖਾਲਸਾ ਜੀ ਪੰਡ ਚੱਕੀ ਆਉਂਦਾ ਸੀ ਪੱਠਿਆਂ ਦੀ, ਤਾਂ ਉਸ ਸਮੇਂ ਖਾਲਸਾ ਜੀ ਹਜੂਰ ਦੇ ਚਰਨਾਂ ਤੇ ਢਹਿ ਪਿਆ। ਹਜੂਰ ਨੇ ਪੁੱਛਿਆ, ਗੁਰਸਿੱਖਾ ਸਤ ਸੰਗਤ ਵਿੱਚ ਨਹੀਂ ਆਉਂਦਾ ਹੁਣ? ਹਜੂਰ, ਆਨੰਦ ਕਾਰਜ ਹੋ ਗਏ ਹਨ, ਘਰ ਦੀ ਨੇ ਘਰਦਿਆਂ ਤੋਂ ਵੀ ਅਲੱਗ ਕਰ ਦਿੱਤਾ ਹੈ। ਮਹਾਰਾਜ ਜੀ ਕਹਿੰਦੀ ਹੈ ਮੇਰੇ ਕੋਲ ਹੀ ਰਿਹਾ ਕਰ, ਕੀ ਸਤ ਸੰਗਤ ਵਿੱਚ ਜਾਣਾ ਹੈ? ਹਜੂਰ ਕਹਿੰਦੇ ਹਨ, ਦੇਖ ਦੁਨਿਆਵੀ ਜੋ ਨਾਤੇ ਹੁੰਦੇ ਹਨ ਝੂਠੇ ਹੁੰਦੇ ਹਨ, ਇਹ ਇੱਥੇ ਹੀ ਛੱਡ ਜਾਂਦੇ ਹਨ। ਪਰ ਕੀ ਕਹਿੰਦਾ ਅੱਗੋਂ ਹਜੂਰ, ਨਹੀਂ ਨਹੀਂ ਨਹੀਂ, ਮੇਰੀ ਘਰ ਦੀ ਤਾਂ ਮੈਨੂੰ ਬੜਾ ਪ੍ਰੇਮ ਕਰਦੀ ਹੈ। ਅਤੇ ਹਜੂਰ ਨੇ ਜਦੋਂ ਉਹਨੂੰ ਕਿਹਾ ਕਿ ਨਹੀਂ ਝੂਠੇ ਹਨ, ਫਿਰ ਹਜੂਰ ਨੂੰ ਕਿਹਾ ਸੀ ਹਜੂਰ ਸਾਨੂੰ ਦਿਖਾਵੋ। ਹਜੂਰ ਨੇ ਦਿਖਾ ਦਿੱਤਾ ਸੀ। ਜਿਸ ਤਰ੍ਹਾਂ ਉਸ ਗੁਰਸਿੱਖ ਨੂੰ ਆਖਿਆ ਸੀ ਤੂੰ 10ਵੇਂ ਦੁਆਰ ਦੇ ਵਿੱਚ ਤੇਰੇ ਸਵਾਸ ਚੜ ਜਾਣਗੇ, ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਆਪਣੇ ਸਾਹਾਂ ਨੂੰ ਰੋਕੀ, ਪ੍ਰਾਣ ਤੇਰੇ ਵਿੱਚ ਰਹਿਣਗੇ, ਪਰ ਆਸੇ ਪਾਸੇ ਏਦਾਂ ਮਹਿਸੂਸ ਹੋਏਗਾ ਤੂੰ ਚੜ੍ਹਾਈ ਕਰ ਗਿਆ ਹੈ, ਤਾਂ ਤੈਨੂੰ ਸੁਰਤੀ ਸਭ ਹੋਊਗੀ ਕੀ ਹੋ ਰਿਹਾ ਹੈ। ਜਿਸ ਸਮੇਂ ਰਾਤ ਦੇ ਸਮੇਂ ਉਹ ਗੁਰਸਿੱਖ ਉਹਨੇ ਇਸੇ ਤਰ੍ਹਾਂ ਹੀ ਹਜੂਰ ਦੇ ਬਚਨ ਮੰਨ ਕੇ ਕੀਤਾ। ਕੀ ਦੇਖਦਾ ਹੈ, ਜਿਹੜੀ ਘਰ ਦੀ ਇੰਨਾ ਕਹਿੰਦਾ ਸੀ ਪ੍ਰੇਮ ਕਰਦੀ ਹੈ, ਉਹ ਰਾਤੀ ਦੇਖਦੀ ਹੈ ਕਿ ਇਹ ਤਾਂ ਚੜ੍ਹਾਈ ਕਰ ਗਿਆ ਹੈ। ਉਹ ਕਹਿੰਦੀ ਜੇ ਮੈਂ ਹੁਣੇ ਹੀ ਰੋਣਾ ਸ਼ੁਰੂ ਕੀਤਾ, ਸਵੇਰ ਤੀਕਰ ਤਾਂ ਮੈਂ ਥੱਕ ਜਾਵਾਂਗੀ। ਉਹ ਰਾਤੀ ਫਿਰ ਕੀ ਕਰਦੀ ਹੈ, ਉੱਠ ਕੇ ਚੌਲ ਬਣਾਉਂਦੀ ਹੈ
ਕਹਿੰਦੀ ਹੈ ਸਵੇਰੇ ਰਿਸ਼ਤੇਦਾਰ ਆ ਜਾਣਗੇ, ਉਹ ਜੇ ਦੇਖਣਗੇ ਤਾਂ ਮੇਰੇ ਤੋਂ ਖਾਧਾ ਵੀ ਨਹੀਂ ਜਾਣਾ, ਮੈਂ ਹੁਣੇ ਹੀ ਰੱਜ ਕੇ ਖਾ ਲੈਂਦੀ ਹਾਂ। ਤੇ ਥੋੜੇ ਜਿਹੇ ਲੁਕੋ ਕੇ ਰੱਖ ਲੈਂਦੀ ਹੈ ਕਿ ਜਦੋਂ ਕੋਈ ਮੌਕਾ ਮਿਲਿਆ ਤਾਂ ਉਦੋਂ ਖਾ ਲਵਾਂਗੀ। ਤਾਂ ਖਾਲਸਾ ਜੀ ਇਸੇ ਤਰ੍ਹਾਂ ਹੁੰਦਾ ਹੈ। ਸਭ ਕੁਝ ਉਹਨੂੰ ਪ੍ਰਤੀਤ ਹੋ ਰਿਹਾ ਸੀ ਬੰਦੇ ਨੂੰ। ਜਿਸ ਸਮੇਂ ਉਸ ਨੂੰ ਚੱਕ ਕੇ ਸ਼ਮਸ਼ਾਨ ਘਾਟ ਵੱਲ ਲੈ ਕੇ ਜਾਇਆ ਜਾਂਦਾ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਰਸਤੇ ਵਿੱਚ ਹਨ। ਤਾਂ ਜਿਸ ਸਮੇਂ ਹਜੂਰ ਉਸ ਤਰ੍ਹਾਂ ਜੇ ਇੱਕ ਤਰ੍ਹਾਂ ਦਾ ਸਵਾਂਗ ਰਚਦੇ ਹਨ, ਹਜੂਰ ਪਾਣੀ ਦੇ ਵਿੱਚ ਇੱਕ ਪੁੜੀ ਜੀ ਘੋਲ ਕੇ ਕਹਿੰਦੇ ਹਨ, ਜਿਸ ਤਰ੍ਹਾਂ ਖਾਲਸਾ ਜੀ ਸਭ ਉਹਨੂੰ ਜੱਫੀਆਂ ਪਾ ਪਾ ਕੇ ਕਹਿ ਰਹੇ ਸੀ, ਕਾਹਤੋਂ ਚਲੇ ਗਿਆ, ਕੀ ਹੋ ਗਿਆ, ਵਾਪਸ ਆ ਜਾ, ਸਾਨੂੰ ਕਿਉਂ ਨਹੀਂ ਰੱਬ ਲੈ ਗਿਆ। ਜਦੋਂ ਹਜੂਰ ਨੇ ਉਹਦੀ ਘਰ ਦੀ ਨੂੰ ਪੁੱਛਿਆ, ਲੈ ਤੂੰ ਆ ਪੁੜੀ ਪੀ ਲਾ, ਇਹ ਜਿੰਦਾ ਹੋ ਜਾਵੇਗਾ, ਇਹਦੀ ਥਾਂ ਤੇ ਤੂੰ ਚਲੀ ਜਾ। ਕਹਿੰਦੀ ਹੈ ਮੈਂ ਹੁਣ ਕਿੱਦਾਂ ਪੀ ਸਕਦੀ ਹਾਂ, ਕਿਉਂਕਿ ਇਹ ਤਾਂ ਚਲੇ ਗਿਆ, ਫਿਰ ਸਾਰੇ ਮੈਨੂੰ ਰੋਣਗੇ। ਹਰੇਕ ਨੂੰ ਪੁੱਛਿਆ ਤਾਂ ਸਾਰੇ ਕਹਿੰਦੇ ਹਨ ਏਦਾਂ ਥੋੜੀ ਨਾ ਹੁੰਦਾ ਹੈ। ਤਾਂ ਖਾਲਸਾ ਜੀ ਹਜੂਰ ਨੇ ਫਿਰ ਦੱਸਿਆ, ਉਹਨੂੰ ਉਹਦੇ ਪੈਰ ਝਸੇ ਤੇ ਉਸ ਨੂੰ ਜਿੰਦਾ ਕੀਤਾ। ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਥੋਂ ਤੁਰਨ ਲੱਗੇ ਤਾਂ ਖਾਲਸਾ ਜੀ ਪਿੱਛੇ ਪਿੱਛੇ ਦੌੜ ਪਿਆ। ਹਜੂਰ ਕਹਿੰਦੇ ਹਨ ਦੇਖ ਤੇਰੀ ਘਰ ਦੀ ਤੈਨੂੰ ਬੜਾ ਪ੍ਰੇਮ ਕਰਦੀ ਹੈ। ਤਾਂ ਕਹਿੰਦਾ ਹੈ ਨਹੀਂ ਮਹਾਰਾਜ, ਮੈਨੂੰ ਦਿਖ ਗਿਆ ਹੈ। ਤਾਂ ਘਰ ਦੀ ਨੇ ਆ ਕੇ ਹੱਥ ਫੜਿਆ ਜਦੋਂ, ਤਾਂ ਘਰ ਦੀ ਦਾ ਹੱਥ ਛਡਾ ਕੇ ਕਹਿੰਦਾ ਜਾ ਤੂੰ ਚੌਲ ਖਾ ਲਾ। ਤਾਂ ਐਸਾ ਉਪਦੇਸ਼ ਫਿਰ ਉਸ ਜਗ੍ਹਾ ਤੇ ਹਜੂਰ ਨੇ ਬਖਸ਼ਿਆ ਸੀ। ਆਓ ਖਾਲਸਾ ਜੀ, ਜੋ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਜੋ ਇਹ ਮਹਾਰਾਜ ਜੀਆਂ ਦਾ ਸ਼ਬਦ ਹੈ ਸਿੱਧਾ ਹਿਰਦੇ ਤੇ ਹੀ ਗ੍ਰਹਿਣ ਕਰਦੇ ਜਾਂਦੇ ਹਨ, ਆਪਣੇ ਮਨ ਤੇ ਟਿਕਾ ਕੇ ਦੇਖਦੇ ਹਨ। ਦੇਖ ਮਣਾ, ਸੰਸਾਰ ਦੀ ਹਾਲਤ ਤਾਂ ਇਹੋ ਜਿਹੀ ਹੀ ਹੈ ਜਿੱਦਾਂ ਹਜੂਰ ਕਹਿ ਰਹੇ ਹਨ। ਅਤੇ ਖਾਲਸਾ ਜੀ ਆਓ ਹਜੂਰ ਦੇ ਚਰਨਾਂ ਦਾ ਧਿਆਨ ਧਰੀਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਹਜੂਰ ਸਾਡੇ ਤੇ ਤਰੁੱਠੇ ਹਨ। ਸ਼ਬਦ ਸ਼ਰਵਣ ਕਰਨ ਤੋਂ ਪਹਿਲਾਂ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਨਾਵਾਂ। ਦੇਵ ਗੰਧਾਰੀ ਰਾਗ ਵਿੱਚ ਮਹੱਲਾ ਨਾਵਾ। ਨਾਵੇ ਪਾਤਸ਼ਾਹ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਹਜੂਰ ਕਹਿੰਦੇ ਹਨ ਜਗਤ ਮੈਂ, ਸੰਸਾਰ ਦੇ ਵਿੱਚ ਗੁਰਸਿੱਖੋ ਇਹ ਜੋ ਸਭ ਪ੍ਰੀਤੀਆਂ ਹਨ ਝੂਠੀਆਂ ਹਨ। ਆਪਣੇ ਹੀ ਸੁਖ ਸਿਓ ਸਭ ਲਾਗੇ। ਅਤੇ ਜੇ ਕੋਈ ਤੈਨੂੰ ਪ੍ਰੀਤ ਕਰਦਾ ਹੈ, ਸਭ ਆਪਣੇ ਆਪਣੇ ਸੁੱਖਾਂ ਨਾਲ ਲੱਗੇ, ਤੇਰੇ ਨਾਲ ਲੱਗੇ ਹਨ। ਕਿਆ ਦਾਰਾ ਕਿਆ ਮੀਤ। ਕੀ ਦਾਰਾ ਭਾਵ ਇਸਤਰੀ ਤੇ ਕੀ ਮਿੱਤਰ ਜਿਨ੍ਹਾਂ ਦਾ ਤੂੰ ਮਾਣ ਕਰਦਾ ਹੈ, ਸਭ ਆਪਣੇ ਆਪਣੇ ਸੁੱਖਾਂ ਨਾਲ ਲੱਗੇ ਹਨ ਆਰੰਭ ਤੋਂ ਹੀ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਹਜੂਰ ਜਿਸ ਤਰ੍ਹਾਂ ਕਹਿ ਰਹੇ ਹਨ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਖਾਲਸਾ ਜੀ ਦੇਖਿਆ ਜਾਂਦਾ ਹੈ ਪਿਛਲੇ ਸ਼ਬਦ ਵਿੱਚ ਵੀ ਹਜੂਰ ਨੇ ਦੱਸਿਆ ਸੀ, ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰਫੁਨ ਗ੍ਰਹਿ ਕੀ ਨਾਰ। ਜਿਹੜੇ ਰਿਸ਼ਤੇ ਖਾਲਸਾ ਜੀ ਬੜੇ ਲਾਗੇ ਮੰਨੇ ਜਾਂਦੇ ਹਨ, ਹਜੂਰ ਇਸ ਤਰ੍ਹਾਂ ਫਰਮਾ ਰਹੇ ਹਨ, ਦੇਖ ਜੱਗ ਦੇ ਵਿੱਚ ਜੇ ਤੂੰ ਕਹਿਣਾ ਹੈ ਮੈਨੂੰ ਬੜਾ ਪ੍ਰੇਮ ਕਰਦੇ ਹਨ, ਦੇਖ ਤੈਨੂੰ ਕੋਈ ਪ੍ਰੇਮ ਨਹੀਂ ਕਰਦਾ, ਇਹ ਸਭ ਤੇਰੇ ਨਾਲ ਆਪਣੇ ਆਪਣੇ ਕੰਮਾਂ ਕਰਕੇ ਲੱਗੇ ਹਨ। ਜਿਸ ਤਰ੍ਹਾਂ ਖਾਲਸਾ ਜੀ ਜੇ ਸ਼ੁਰੂ ਕੀਤਾ ਜਾਵੇ ਇਸਤਰੀ ਤੋਂ, ਤਾਂ ਖਾਲਸਾ ਜੀ ਪਹਿਲਾਂ ਹੀ ਅੱਜ ਕੱਲ ਤੱਕ ਜਿਸ ਸਮੇਂ ਗੁਰਸਿੱਖਾਂ ਵਿੱਚ ਇਹ ਮਰਿਆਦਾ ਨਹੀਂ ਹੈਗੀ, ਤਲਾਕ ਸ਼ਬਦ ਮੁਸਲਮਾਨ ਜਿੱਦਾਂ ਉਧਰ ਉਹਨਾਂ ਵੀਰਾਂ ਦਾ ਹੈ, ਇਸੇ ਤਰ੍ਹਾਂ ਡਾਈਵੋਰਸ ਇੰਗਲਿਸ਼ ਦਾ ਸ਼ਬਦ ਹੈ। ਗੁਰਸਿੱਖਾਂ ਦੇ ਵਿੱਚ ਇਹ ਸੀ, ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਗੁਰਸਿੱਖਾਂ ਦੇ ਵਿੱਚ ਤਾਂ ਸਿਰਫ ਜੁੜਨਾ ਹੀ ਸੀ, ਟੁੱਟਣਾ ਤਾਂ ਸੀ ਨਹੀਂ। ਪਰ ਖਾਲਸਾ ਜੀ ਦੇਖੋ ਅੱਜ ਕੱਲ ਜਿਸ ਤਰ੍ਹਾਂ ਤਲਾਕ ਹੁੰਦੇ ਹਨ, ਅਤੇ ਖਾਲਸਾ ਜੀ ਜੇ ਸੱਚੇ ਇਹ ਰਿਸ਼ਤੇ ਹੋਣ ਤਾਂ ਤਲਾਕ ਹੋਣ ਹੀ ਨਾ। ਇਸੇ ਤਰ੍ਹਾਂ ਜੇ ਜਿਹੜੇ ਬਿਰਧ ਆਸ਼ਰਮ ਹਨ, ਜਿਸ ਤਰ੍ਹਾਂ ਖਾਲਸਾ ਜੀ ਪ੍ਰਤੱਖ ਹਿੰਦੁਸਤਾਨ ਦੀ ਧਰਤੀ ਤੇ ਦੇਖਿਆ ਜਾਂਦਾ ਹੈ, ਪੁੱਤਰ ਆਪਣੇ ਪਿਓ ਦੀ ਦਾੜੀ ਪੁੱਟਦੇ ਹਨ। ਅਤੇ ਖਾਲਸਾ ਜੀ ਐਸੀ ਬਾਤ ਨਹੀਂ ਹੈ, ਕੋਈ ਵਿਰਲਾ ਸਰਵਣ ਹੁੰਦਾ ਹੈ ਬਹੁਤ ਘੱਟ,
ਪਰ ਫਿਰ ਵੀ ਖਾਲਸਾ ਜੀ ਜੋ ਬਿਰਧ ਆਸ਼ਰਮ ਹਨ, ਮਾਵਾਂ ਰੋਂਦੀਆਂ ਦੇਖੀਆਂ ਜਾਂਦੀਆਂ ਹਨ। ਕਹਿੰਦੇ ਹਨ ਜਿਸ ਸਮੇਂ ਘਰ ਦੇ ਵਿੱਚ ਨਹੁੰ ਆ ਗਈ, ਉਸ ਸਮੇਂ ਤੋਂ ਅਸੀਂ ਇਸੇ ਤਰ੍ਹਾਂ ਦੇ ਹੋ ਗਏ। ਇਸੇ ਤਰ੍ਹਾਂ ਬੇਅੰਤ ਜ਼ਿਕਰ ਆਉਂਦੇ ਹਨ। ਜਿਸ ਤਰ੍ਹਾਂ ਖਾਲਸਾ ਜੀ ਮੁਰਦੇ ਨੂੰ ਨਹੀਂ ਕੋਈ ਰੋਂਦਾ। ਕਹਿੰਦੇ ਹਨ ਕਿ ਸਹੁਰਾ ਚੜ੍ਹਾਈ ਕਰ ਗਿਆ, ਪਿੱਛੋਂ ਨਹੁੰ ਭੁੱਬਾ ਮਾਰ ਕੇ ਕਹਿੰਦੀ ਆ ਪਾਪਾ ਜੀ ਕਿੱਥੇ ਚਲੇ ਗਏ, ਪਾਪਾ ਜੀ ਸਬਜ਼ੀ ਲਿਆ ਦਿੰਦੇ ਸੀ, ਪਾਪਾ ਜੀ ਬੱਚਿਆਂ ਨੂੰ ਸਕੂਲ ਛੱਡ ਆਉਂਦੇ ਸੀ। ਤਾਂ ਖਾਲਸਾ ਜੀ ਉਹ ਪਾਪਾ ਜੀ ਨੂੰ ਨਹੀਂ ਰੋਂਦੀ, ਪਾਪਾ ਜੀਆਂ ਦੇ ਕੀਤੇ ਜਿਹੜੇ ਕੰਮ ਸੀ, ਜੋ ਪਾਪਾ ਜੀ ਕੰਮ ਕਰਦੇ ਸੀ, ਸੰਸਾਰ ਉਹਨਾਂ ਕੰਮਾਂ ਨੂੰ ਰੋਂਦਾ ਹੈ। ਅਤੇ ਖਾਲਸਾ ਜੀ ਇਸੇ ਕਰਕੇ ਜੋ ਗੁਰਸਿੱਖ ਹੁੰਦੇ ਹਨ ਜਾਣ ਲੈਂਦੇ ਹਨ। ਹਜੂਰ ਕਹਿੰਦੇ ਹਨ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਦੇਖ ਹਜੂਰ ਕਹਿੰਦੇ ਹਨ ਤੂੰ ਦੇਹ ਕਰਕੇ ਸਾਰੇ ਧਰਮ ਨਿਭਾ, ਪਰ ਮਨ ਵਿੱਚ ਨਾ ਇਹਨਾਂ ਨੂੰ ਵਸਾ। ਮਨ ਦੇ ਵਿੱਚ ਹਜੂਰ ਦੀ ਤੂੰ ਯਾਦ ਵਸਾਈ ਰੱਖ। ਅਤੇ ਖਾਲਸਾ ਜੀ ਕੀ ਸੰਸਾਰ ਦੀ ਹਾਲਤ ਹੈ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਸਾਰੇ ਸੰਸਾਰ ਨੂੰ ਕਹਿੰਦਾ ਹੈ ਇਹ ਮੇਰਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਹੈ ਇਹ ਪਰਾਇਆ ਹੈ। ਪਰ ਖਾਲਸਾ ਜੀ ਜਿਸ ਤਰ੍ਹਾਂ ਭਗਤ ਕਹਿੰਦੇ ਹਨ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਸੇ ਤਰ੍ਹਾਂ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਉਹ ਸੰਸਾਰ ਦੇ ਜੋ ਭਗਤ ਹੋਇਆ ਕਰਦੇ ਹਨ, ਉਹ ਸੰਸਾਰ ਦੀ ਹਾਲਤ ਜਾਣ ਕੇ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਿੰਨੇ ਵੀ ਤੈਨੂੰ ਕਹਿੰਦੇ ਹਨ ਕਿ ਇਹ ਸਾਡਾ ਹੈ, ਅੱਗੇ ਜਿਸ ਤਰ੍ਹਾਂ ਬਚਨ ਆਉਣਗੇ। ਰਹਾਉ ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਮੇਰੋ ਮੇਰੋ ਸਭੈ ਕਹਿਤ ਹੈ। ਮੇਰੋ ਮੇਰੋ ਸਭੈ ਕਹਿਤ ਹੈ। ਜੀਂਦਿਆਂ ਜੀ ਸਾਰੇ ਹੀ ਕਹਿੰਦੇ ਹਨ ਇਹ ਮੇਰਾ ਹੈ, ਮੇਰਾ ਹੈ। ਭਾਵ ਮੋਰ ਮੋਰ ਕਰ ਅਦਕ ਲਾਡ ਧਰ ਪੇਖਤ ਹੀ ਜਮ ਰਾਉ ਹਸੈ। ਮਾਂ ਕਹਿੰਦੀ ਹੈ ਪੁੱਤਰ ਮੋਰ ਮੋਰ, ਭਾਵ ਮੇਰਾ ਮੋਰ ਹੈ। ਪਰ ਯਮਰਾਜ ਉੱਤੇ ਖੜਾ ਹੱਸਦਾ ਹੈ ਕਿ ਭੋਲੀ ਮਾਂ ਨਹੀਂ ਜਾਣਦੀ ਕਿ ਇਹਨੂੰ ਵੀ ਅਸੀਂ ਲੈ ਜਾਣਾ ਹੈ। ਇਸੇ ਤਰ੍ਹਾਂ ਆਪਣੇ ਹੀ ਸੁਖ ਸਿਉ ਸਭ ਲਾਗੇ। ਜਿਸ ਤਰ੍ਹਾਂ ਬਚਨ ਆਉਂਦੇ ਹਨ ਪਰਸੂ ਪਰਸਾ ਪਰਸਰਾਮ, ਯਹ ਮਾਇਆ ਕੇ ਤੀਨ ਨਾਮ। ਜਿਸ ਤਰ੍ਹਾਂ ਖਾਲਸਾ ਜੀ ਜੇ ਘਰ ਦੇ ਵਿੱਚ ਕੁਝ ਵੀ ਨਾ ਕਰਦਾ ਹੋਵੇ, ਕਹਿਣ ਤੋਂ ਭਾਵ ਕੀ ਕਹਿ ਦਈਏ ਜੇ ਨਕੰਮਾ ਪੁੱਤਰ ਹੋਵੇ ਤਾਂ ਕਹਿੰਦੇ ਹਨ ਇਹ ਪਰਸੂ ਹੈ। ਜੇ ਕੋਈ ਪੁੱਛੇ ਇਹ ਕੌਣ ਹੈ ਤੁਹਾਡੇ ਘਰੇ, ਇਹ ਸਾਡਾ ਪਰਸੂ ਹੈ ਜੀ। ਤੇ ਜੇ ਉਹ ਥੋੜੀ ਜੀ ਕਮਾਈ ਕਰ ਲਏ, ਘਰ ਦੇ ਵਿੱਚ ਥੋੜਾ ਹਿੱਸਾ ਪਾਉਣ ਲੱਗ ਜਾਵੇ, ਤਾਂ ਕਹਿੰਦੇ ਹਨ ਫਿਰ ਜੇ ਕੋਈ ਪੁੱਛੇ ਕੌਣ ਹੈ, ਇਹ ਸਾਡੇ ਪਰਸਾ ਜੀ ਨੇ। ਅਤੇ ਖਾਲਸਾ ਜੀ ਜੇ ਸਾਰਾ ਘਰ ਹੀ ਉਹਦੇ ਤੋਂ ਚੱਲਦਾ ਹੋਵੇ, ਪੁੱਤਰ ਤੋਂ, ਸਾਰੇ ਬੜਾ ਪਿਆਰ ਕਰਦੇ ਹਨ। ਤੇ ਜੇ ਕੋਈ ਬਾਹਰੋਂ ਆ ਕੇ ਪੁੱਛੇ ਇਹ ਕੀ ਹੈ, ਇੱਕ ਹੋਰ ਲਕਬ ਲਾ ਦਿੰਦੇ ਹਨ, ਇਹ ਸਾਡੇ ਪਰਸਰਾਮ ਜੀ ਹਨ। ਕਿਉਂਕਿ ਖਾਲਸਾ ਜੀ ਸਭ ਮਾਇਆ ਦੇ ਕੰਮ ਹਨ। ਪਰਸੂ ਪਰਸਾ ਪਰਸਰਾਮ, ਯਹ ਮਾਇਆ ਕੇ ਤੀਨ ਨਾਮ। ਅਤੇ ਮੇਰੋ ਮੇਰੋ ਸਭੈ ਕਹਿਤ ਹੈ। ਜਿਨ੍ਹਾਂ ਤੇ ਦੇਖ ਮਹਾਰਾਜ ਜੀ ਕਹਿੰਦਾ ਹੈ ਮੇਰੇ ਮੇਰੇ ਕਹਿੰਦੇ ਹਨ, ਮੇਰਾ ਸਭ ਝੂਠੀਆਂ ਹੁੰਦੀਆਂ ਹਨ। ਹਿਤ ਸਿਉ ਬਾਧਿਓ ਚੀਤ, ਹਿਤ ਸਿਉ ਬਾਂਧਿਓ ਚੀਤ। ਭਾਵ ਜਿਸ ਤਰ੍ਹਾਂ ਸਾਰਿਆਂ ਦੇ ਕੋਈ ਨਾ ਕੋਈ ਅੰਦਰ ਪ੍ਰੇਮ ਹੈ ਅਤੇ ਇਹਦੇ ਨਾਲ ਹੀ ਤੇਰਾ ਚਿੱਤ ਪਸ਼ੂਆਂ ਵਾਂਗੂ ਬੱਝਾ ਹੋਇਆ ਹੈ। ਅੰਤ ਕਾਲ ਸੰਗੀ ਨਹਿ ਕੋ, ਮਹਾਰਾਜ ਜੀ ਕਹਿੰਦੇ ਹਨ ਅੰਤ ਕਾਲ ਸੰਗੀ ਨਹਿ ਕੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿ ਰਹੇ ਹਨ ਪੁਰਸਲਾਥ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਦੇਖ ਅੰਤ ਕਾਲ ਸੰਗੀ ਨਹਿ ਕੋ। ਜਿਨ੍ਹਾਂ ਸੰਗੀਆਂ ਤੇ ਤੂੰ ਖਾਲਸਾ ਜੀ ਕਹਿੰਦੇ ਹਨ, ਕਹਿੰਦਾ ਹੈ ਮੇਰੀ ਇਸਤਰੀ ਹੈ, ਪੁੱਤਰ ਹੈ, ਮਾਤਾ ਹੈ, ਪਿਤਾ ਹੈ। ਜਿਸ ਤਰ੍ਹਾਂ ਖਾਲਸਾ ਜੀ ਭਗਤ ਕਬੀਰ ਜੀਆਂ ਦੇ ਬਚਨ ਆਉਂਦੇ ਹਨ, ਜੱਫੀਆਂ ਪਾ ਪਾ ਕੇ ਉੱਤੋਂ ਰੱਖਦੇ ਹਨ, ਕਹਿੰਦੇ ਹਨ ਅਸੀਂ ਤੈਨੂੰ ਜਾਣ ਨਹੀਂ ਦੇਣਾ। ਪਰ ਖਾਲਸਾ ਜੀ ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਵੈਦ ਕਹੈ ਹਉ ਹੀ ਭਲਾ ਦਾਰੂ ਮੇਰੇ ਵਸ। ਡਾਕਟਰਾਂ ਦੇ ਨਬਜਾਂ ਹੱਥਾਂ ਵਿੱਚ ਹੀ ਫੜੀਆਂ ਰਹਿ ਜਾਂਦੀਆਂ ਹਨ। ਡਾਕਟਰ ਕਹਿੰਦਾ ਹੈ ਵੈਦ ਕਹੈ ਹਉ ਹੀ ਭਲਾ, ਕਹਿੰਦਾ ਮੈਂ ਭਲਾ ਹਾਂ, ਮੈਂ ਬਚਾ ਲਵਾਂਗਾ। ਦਾਰੂ ਭਾਵ ਦਵਾਈਆਂ ਮੇਰੇ ਕੋਲ ਬਹੁਤ ਹਨ, ਮੈਂ ਤਾਂ ਸਾਹ ਵੀ ਨਕਲੀ ਪਾ ਦਿੰਦਾ ਹਾਂ। ਪਰ ਖਾਲਸਾ ਜੀ ਇਹ ਤੋਂ ਬਸਤ ਗੋਪਾਲ ਕੀ, ਜਬ ਭਾਵੈ ਲੈ ਖਸ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਅੰਦਰ ਜੋ ਜੋਤ ਹੈ, ਜਦੋਂ ਮਰਜ਼ੀ ਖਿੱਚ ਲਵੇ।
ਤਾਂ ਖਾਲਸਾ ਜੀ ਜੱਫੀਆਂ ਪਾਉਂਦੇ ਹਨ ਰਿਸ਼ਤੇਦਾਰ, ਅਸੀਂ ਤੈਨੂੰ ਜਾਣ ਨਹੀਂ ਦੇਣਾ। ਪਰ ਇਹ ਤਾਂ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੈ ਨਾ। ਜਿਸ ਤਰ੍ਹਾਂ ਕਹਿ ਰਹੇ ਹਨ, ਅੰਤ ਕਾਲ ਸੰਗੀ ਨਹਿ ਕੋਊ। ਮਹਾਰਾਜ ਜੀ ਕਹਿੰਦੇ ਹਨ, ਅੰਤ ਕਾਲ ਤੇਰਾ ਕੋਈ ਸੰਗੀ ਨਹੀਂ ਹੋਣਾ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਹੁਣੇ ਤਾਂ ਚੰਗੇ ਭਲੇ ਬੋਲਦੇ ਪਏ ਸੀ, ਇੱਥੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਸੀ। ਧੰਨ ਸ਼੍ਰੀ ਗੁਰੂ ਜੀ ਕਹਿੰਦੇ ਹਨ, ਬਾਬਾ ਬੋਲਤੇ ਤੇ ਬੜਾ ਉੱਚੀ ਬੋਲ ਬੋਲ ਕੇ ਹੰਕਾਰ ਦੇ ਸਹਿਤ ਮੁੱਛਾਂ ਨੂੰ ਵੱਟ ਦੇ ਕੇ ਕਹਿੰਦਾ ਸੀ, ਉਹ ਮੇਰਾ ਪੁੱਤਰ ਹੈ, ਮੈਨੂੰ ਬੜਾ ਮਾਣ ਇਹਦੇ ਤੇ, ਆਹ ਮੇਰੀ ਪ੍ਰਾਪਰਟੀ ਆ ਕੈਨੇਡਾ ਦੇ ਵਿੱਚ, ਜੱਟ ਦੀ ਬੱਲੇ ਬੱਲੇ ਹੈ। ਮਹਾਰਾਜ ਜੀ ਕਹਿੰਦਾ ਸੀ, ਬੜਾ ਬੜਾ ਬੋਲਦੇ ਸੀ। ਇਲੈਕਸ਼ਨਾਂ ਦੇ ਹੁਣ ਜਿਵੇਂ ਹੁੰਦੇ ਹਨ, ਕਈ ਬੜਾ ਬੜਾ ਬੋਲਦੇ ਹਨ ਕਿ ਜਿੱਦਾਂ ਧਰਤੀ ਤੇ ਸਦਾ ਹੀ ਰਾਜ ਰਹਿ ਜਾਣਾ ਹੈ। ਥੋੜੇ ਚਿਰ ਬਾਅਦ ਹੀ ਦੇਖਦਾ ਹੈ, ਪਤਾ ਹੀ ਨਹੀਂ ਕਿੱਧਰ ਚਲੇ ਗਏ। ਜਿਵੇਂ ਹਵਾ ਪਾਣੀ ਲੰਘ ਜਾਂਦਾ ਹੈ ਪੁਲਾਂ ਦੇ ਥੱਲਿਓਂ, ਕੁਝ ਨਹੀਂ ਦਿਖਦਾ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਕਿ ਮੌਤ ਚੁੱਪ ਚਪੀਤੇ ਹੀ ਚੱਕ ਕੇ ਲੈ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਪਰ ਫਿਰ ਵੀ ਖਾਲਸਾ ਜੀ ਬੇਪਰਵਾਹ ਲਾਪਰਵਾਹ ਹੋਇਆ ਮਨ, ਉੱਠਣ ਨੂੰ ਇਹਦਾ ਮਨ ਹੀ ਨਹੀਂ ਕਰਦਾ। ਅਤੇ ਖਾਲਸਾ ਜੀ ਜੇ ਦੇਖਿਆ ਜਾਵੇ, ਹਜੂਰ ਕਹਿੰਦੇ ਹਨ, ਸੰਸਾਰ ਤੱਕ ਹੀ ਤੇਰੇ ਨਾਲ ਇਹ ਜੋ ਰਿਸ਼ਤੇ ਹਨ ਸੰਸਾਰ ਤੱਕ ਹੀ ਨਿਭਣੇ ਹਨ, ਤੇ ਤੂੰ ਕਦੇ ਹਿਰਦੇ ਦੇ ਵਿੱਚ ਸੋਚਿਆ ਹੀ ਨਹੀਂ। ਅੰਤ ਕਾਲ ਸੰਗੀ ਨਹਿ ਕੋ। ਇਹ ਅਚਰਜ ਹੈ ਰੀਤ। ਹਜੂਰ ਕਹਿੰਦੇ ਹਨ, ਬੜੀ ਅਚਰਜ ਜੀ ਰੀਤੀ ਹੈ ਇਹ। ਦੇਖ ਕਈ ਖਾਲਸਾ ਜੀ ਸਾਰੀ ਉਮਰ ਮਾਇਆ ਜੋੜਦੇ ਲੰਘ ਜਾਂਦੇ ਹਨ। ਇੱਕ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਸ਼ਾਹੂਕਾਰ ਸੀ, ਸ਼ਾਹੂਕਾਰ ਜਦੋਂ ਮਰਨ ਲੱਗਾ ਤੇ ਪੁੱਤਰਾਂ ਨੂੰ ਕਹਿੰਦਾ ਹੈ, ਧੀਆਂ ਨੂੰ ਕਹਿੰਦਾ ਹੈ ਬਚਾ ਲਓ ਮੈਨੂੰ। ਕਹਿੰਦੇ ਅਸੀਂ ਕਿਵੇਂ ਤੈਨੂੰ ਬਚਾਈਏ। ਫਿਰ ਅਖੀਰ ਤੇ ਮਾਇਆ ਨੂੰ ਕਹਿੰਦਾ ਹੈ ਹੇ ਮਾਇਆ, ਦੇਖ ਮੈਂ ਤੈਨੂੰ ਸਾਰੀ ਉਮਰ ਕਿੰਨਾ ਪ੍ਰੇਮ ਕੀਤਾ ਹੈ, ਤੈਨੂੰ ਲੁਕਾ ਲੁਕਾ ਕੇ ਤਿਜੋਰੀਆਂ 'ਚ ਰੱਖਿਆ ਹੈ ਬੰਦ ਕਰਕੇ, ਤੂੰ ਤਾਂ ਮੈਨੂੰ ਬਚਾ ਲਾ। ਤਾਂ ਖਾਲਸਾ ਜੀ ਅੱਗੋਂ ਮਾਇਆ ਵੀ ਕਹਿੰਦੀ ਹੈ ਉਹ ਪਾਪੀਆ, ਮੈਨੂੰ ਤਾਂ ਤੂੰ ਤਿਜੋਰੀਆਂ 'ਚ ਪਾ ਬੰਦ ਰੱਖਿਆ ਸੀ। ਕਿਉਂਕਿ ਖਾਲਸਾ ਜੀ ਕਹਿੰਦੀ ਹੈ, ਤੂੰ ਆਪ ਤਾਂ ਨਰਕਾਂ ਨੂੰ ਚੱਲਿਆ ਹੈ। ਜੇ ਮੈਨੂੰ ਕਿਸੇ ਦਾਨ ਪੁੰਨ ਤੇ ਲਾਇਆ ਹੁੰਦਾ, ਮੇਰਾ ਵੀ ਸਫਲ ਹੋ ਜਾਂਦਾ। ਅਤੇ ਤੂੰ ਕਹਿੰਦਾ ਹੈ ਆਪ ਨਰਕਾਂ ਨੂੰ ਚੱਲਿਆ ਹੈ, ਮੈਨੂੰ ਵੀ ਤੂੰ ਨਰਕਾਂ ਨੂੰ ਹੀ ਭੇਜਿਆ ਹੈ ਹੁਣ। ਅਤੇ ਖਾਲਸਾ ਜੀ ਅੰਤ ਕਾਲ ਸੰਗੀ ਨਹਿ ਕੋਊ। ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਵੋ, ਐਂਡਲੇ ਕਾਲ ਦੇ ਵਿੱਚ ਖਾਲਸਾ ਜੀ ਹਜੂਰ ਕਹਿੰਦੇ ਹਨ, ਕੋਈ ਸੰਗੀ ਨਹੀਂ ਹੋਣਾ। ਇਹ ਅਚਰਜ ਹੈ ਰੀਤ, ਬੜੀ ਅਚਰਜ ਜੀ ਰੀਤੀ ਹੈ, ਜਿਹੜੀ ਮਾਇਆ ਪਿੱਛੇ ਸਾਰੀ ਉਮਰ ਹੀ ਗਵਾ ਦਿੱਤੀ। ਜਿਸ ਸਮੇਂ ਖਾਲਸਾ ਜੀ ਨਿਤਨੇਮ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਤਾਂ ਭੱਜੇ ਕੰਮਾਂ ਨੂੰ ਜਾਂਦੇ ਹਾਂ, ਕਹਿੰਦੇ ਹਾਂ ਨਿਤਨੇਮ ਤਾਂ ਆਪਾਂ ਗੱਡੀ 'ਚ ਹੀ ਸੁਣ ਲਵਾਂਗੇ, ਹਜੂਰ ਨੇ ਕਿਹੜਾ ਕੁਝ ਕਹਿਣਾ ਹੈ। ਤੇ ਜੇ ਕੰਮ ਵਾਲੇ ਤੋਂ ਲੇਟ ਹੋ ਗਏ, ਕੰਮ ਵਾਲਾ ਗਾਲਾਂ ਕੱਢੂਗਾ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜੇ ਆਪਣੀ ਇਸ ਜੀਵਨ ਦੀ ਹਾਲਤ ਦੇਖੀ ਜਾਵੇ ਤਾਂ ਸਤ ਸੰਗਤ ਵਿੱਚ ਵੀ ਕਿਤੇ ਭੁੱਲ ਭੁਲੇਖੇ ਹਜੂਰ ਹੀ ਕਿਰਪਾ ਕਰਦੇ ਹਨ। ਜਿਸ ਤਰ੍ਹਾਂ ਖਾਲਸਾ ਜੀ ਇਸ ਗੁਰਸਿੱਖ ਬਾਬਤ ਹਜੂਰ ਨੇ ਸੋਚਿਆ ਸੀ, ਜਿਸ ਬਾਬਤ ਹਜੂਰ ਸੋਚ ਲੈਣ ਉਸ ਦਾ ਕਿਉਂ ਨਾ ਭਲਾ ਹੋਵੇਗਾ। ਜੇ ਤੂੰ ਸੋਚਦਾ ਹੈ ਤੂੰ ਸਤ ਸੰਗਤ ਵਿੱਚ ਆ ਬੈਠਾ ਹੈ, ਤੂੰ ਆਪੂ ਨਹੀਂ ਆ ਬੈਠਾ। ਹਜੂਰ ਨੇ ਕਿਰਪਾ ਕੀਤੀ ਹੈ, ਤੈਨੂੰ ਲੈ ਕੇ ਆਏ ਹਨ। ਦੇਖ ਜੇ ਪਿਛਲੀ ਉਮਰ ਗੁਨਾਹੀ ਬੀਤੀ, ਰੱਬ ਕੀ ਭਗਤ ਨਾ ਕੀਤੀ, ਜੇ ਤੇਰੀ ਇੰਨੀ ਉਮਰ ਗੁਨਾਹਾਂ ਵਿੱਚ ਲੰਘ ਗਈ ਹੈ, ਤੂੰ ਭਗਤੀ ਵਿੱਚ ਨਹੀਂ ਲੱਗਿਆ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਹਜੂਰ ਫਿਰ ਵੀ ਹੱਥ ਅੱਡੀ ਖੜੇ ਨੇ, ਆਜਾ ਗੁਰਸਿੱਖਾ ਛਾਤੀ ਨਾਲ ਲੱਗ ਜਾ। ਅਤੇ ਖਾਲਸਾ ਜੀ ਜੇ ਦੇਰ ਹੈ ਤਾਂ ਆਪਣੇ ਵਿੱਚ ਹੀ ਦੇਰ ਹੈ। ਹਜੂਰ ਦੇ ਖਾਲਸਾ ਜੀ ਆਪਾਂ ਨੂੰ ਛਾਤੀ ਨਾਲ ਲਾਉਣ ਨੂੰ ਕੋਈ ਦੇਰ ਨਹੀਂ। ਹਜੂਰ ਕਹਿੰਦੇ ਹਨ, ਬੜੀ ਅਚਰਜ ਜੀ ਰੀਤੀ ਹੈ, ਮਾਇਆ ਕਰਕੇ ਦੇਖ ਤੈਨੂੰ ਸਾਰੇ ਦੁੱਖ ਆਉਂਦੇ ਹਨ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਿਨ੍ਹਾਂ ਨਾਲ ਤੂੰ ਪ੍ਰੇਮ ਕਰਦਾ ਹੈ ਉਹ ਵੀ ਤੈਨੂੰ ਛੱਡ ਕੇ ਚਲੇ ਜਾਂਦੇ ਹਨ, ਝੂਠੇ ਹਨ। ਫਿਰ ਤੂੰ ਦਰ ਦਰ ਤੇ ਠੋਕਰਾਂ ਖਾਨਾ ਹੈ, ਪਰ ਫਿਰ ਜਾ ਕੇ ਉਹਨਾਂ ਦੇ ਹੀ ਮੂੰਹਾਂ ਚੱਟਦਾ ਹੈ। ਹਜੂਰ ਕਹਿੰਦੇ ਹਨ, ਬੜੇ ਅਚਰਜ ਜੀ ਰੀਤੀ ਹੈ। ਮਨ ਮੂਰਖ ਅਜਹੂ ਨਹਿ ਸਮਝਤ। ਅਤੇ ਖਾਲਸਾ ਜੀ ਮਨ ਮੂਰਖ ਅਜਹੂ ਨਹਿ ਸਮਝਤ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਭਗਤ ਫਰੀਦ ਜੀ, ਖਾਲਸਾ ਜੀ ਜਿਸ ਤਰ੍ਹਾਂ ਦਰਿਆ ਦੇ ਕੰਢੇ ਸੈਰ ਕਰ ਰਹੇ ਸੀ, ਕੀ ਦੇਖਦੇ ਹਨ, ਫਰੀਦਾ ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ। ਇੱਕ ਬਗਲਾ ਸੀ, ਉੱਥੇ ਬੈਠਾ ਖਾਲਸਾ ਜੀ ਕੇਲਾਂ ਕਰ ਰਿਹਾ ਸੀ। ਜਿਸ ਤਰ੍ਹਾਂ ਬਗਲਾ ਉੱਥੋਂ ਇੱਕ ਮੱਛੀ ਚੱਕਦਾ ਸੀ, ਤਾਂ ਨੂੰ ਮੱਛੀ ਉਸਨੇ ਪਕੜ ਲਈ, ਤਾਂ ਨੂੰ ਸੁੱਟਦਾ ਸੀ, ਫਿਰ ਉਹਨੂੰ ਜਿਸ ਤਰ੍ਹਾਂ ਕੈਚ ਕਰੀਦਾ, ਕੈਚ ਕਰ ਕਰਕੇ ਉਹਦੇ ਨਾਲ ਜਿਸ ਤਰ੍ਹਾਂ ਕੇਲਾਂ ਕਰਦਾ ਸੀ,
ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਪਰ ਖੇਡਦੇ ਖੇਡਦੇ ਨੂੰ ਕੀ ਹੋਇਆ, ਉਹਦਾ ਮਨ ਖੇਡਾਂ ਵਿੱਚ ਲੱਗ ਗਿਆ। ਉੱਤੋਂ ਆਕਾਸ਼ ਤੋਂ ਇੱਕ ਅਚਿੰਤਾ ਹੀ ਬਾਜ ਆ ਕੇ ਪਿਆ, ਉਸ ਨੂੰ ਝਪਟੀ ਮਾਰ ਕੇ ਚੱਕ ਕੇ ਲੈ ਗਿਆ, ਸਮੇਤ ਮੱਛੀ ਨੂੜ ਕੇ ਸੁੱਟਤਾ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜਿਸ ਸਮੇਂ ਬਾਜ ਪਿਆ ਉਸ ਨੂੰ ਸਾਰੀਆਂ ਹੀ ਖੇਡਾਂ ਭੁੱਲ ਗਈਆਂ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਬਗਲੇ ਦੇ ਤਾਂ ਮਨ ਵਿੱਚ ਵੀ ਨਹੀਂ ਸੀ। ਐਸੀਆਂ ਗੱਲਾਂ ਅਕਾਲ ਪੁਰਖ ਵਾਹਿਗੁਰੂ ਕਰ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਜੋ ਉਹ ਦਰਿਆ ਸੀ ਉਹ ਇਹ ਸੰਸਾਰ ਹੈ, ਜੋ ਬਗਲਾ ਹੈ ਉਹ ਮਨੁੱਖ ਹੈ, ਅਤੇ ਖਾਲਸਾ ਜੀ ਜੋ ਇਹਨੂੰ ਸੁੱਖ ਲੱਗਦੇ ਹਨ ਕਿ ਮੈਂ ਇਹਨਾਂ ਵਿਸ਼ਿਆਂ ਨੂੰ ਭੋਗ ਰਿਹਾ ਹਾਂ, ਮੈਨੂੰ ਬੜੇ ਸੁੱਖ ਲੱਗਦੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ, ਫਰੀਦਾ ਦਰਿਆਵੇ ਕੰਨੀ ਬਗਲਾ ਬੈਠਾ ਕੇਲ ਕਰੇ। ਇਹ ਜੋ ਆਦਮੀ ਹੈ ਬੈਠਾ ਖੇਡਾਂ ਖੇਡਦਾ ਹੈ, ਵਿਚਾਰਾਂ ਕਰਦਾ ਹੈ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਅਤੇ ਖਾਲਸਾ ਜੀ ਕੀ ਕੇਲਾਂ ਕਰਦਾ ਹੈ, ਕਹਿੰਦਾ ਹੈ ਜਿਸ ਤਰ੍ਹਾਂ ਖੇਡਦੇ ਖੇਡਦੇ ਨੂੰ ਅਚਿੰਤੇ ਬਾਜ ਕੀ ਪਏ, ਭਾਵ ਜਦੋਂ ਜਮਦੂਤ ਆ ਕੇ ਇਸ ਨੂੰ ਮਾਰ ਦਿੰਦੇ ਹਨ, ਨਾਲ ਲੈ ਜਾਂਦੇ ਹਨ, ਤਾਂ ਖਾਲਸਾ ਜੀ ਜਿਹੜੀਆਂ ਇਹ ਕੋਠੀਆਂ ਹਨ, ਜੋ ਬਿਜ਼ਨਸ ਹਨ, ਪਤਾ ਹੀ ਨਹੀਂ ਕਿੱਧਰ ਨੂੰ ਚਲੇ ਜਾਂਦੇ ਹਨ। ਜਿਹੜੇ ਧੀਆਂ ਪੁੱਤਰਾਂ ਤੇ ਮਾਣ ਕਰਦਾ ਸੀ ਸਭ ਗੁਪਤ ਹੋ ਜਾਂਦੇ ਹਨ। ਅਤੇ ਜਿਸ ਤੇ ਖਾਲਸਾ ਜੀ ਜਿਨ੍ਹਾਂ ਚੀਜ਼ਾਂ ਤੇ ਵੀ ਮਾਣ ਕਰਦਾ ਸੀ, ਇਹ ਮੇਰੇ ਆ, ਜਦੋਂ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਅਤੇ ਖਾਲਸਾ ਜੀ ਸਭ ਖੇਡਾਂ ਭੁੱਲ ਜਾਂਦੀਆਂ ਹਨ। ਅਤੇ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਮਨ ਵਿੱਚ ਵੀ ਨਹੀਂ ਸੀ, ਕਿਉਂਕਿ ਖਾਲਸਾ ਜੀ ਬਜ਼ੁਰਗ ਹੋ ਜਾਂਦੇ ਹਨ, ਸਰੀਰ ਬੁੱਢੇ ਹੋ ਜਾਂਦੇ ਹਨ, ਫਿਰ ਵੀ ਸੋਚਦੇ ਹਨ ਅਸੀਂ ਕਿਹੜਾ ਇੱਥੋਂ ਕਿਤੇ ਜਾਣਾ ਹੈ। ਜੱਗ ਤਾਂ ਖਾਲਸਾ ਜੀ ਕਹਿੰਦੇ ਹਨ ਸਦਾ ਹੀ ਐ ਹਰਿਆ ਭਰਿਆ ਰਹਿਣਾ ਹੈ। ਔਸ਼ਧੀਆਂ ਖਾਂਦੇ ਹਨ, ਸੋਨਾ ਭਸਮ ਕਰ ਕਰਕੇ ਜਾਂ ਇਤਿਆਦਿਕ ਵਾਲ ਵੀ ਕਈ ਕਾਲੇ ਕਰਾਉਂਦੇ ਹਨ, ਕਹਿੰਦੇ ਹਨ ਜਵਾਨ ਲੱਗਾਂਗੇ। ਪਰ ਖਾਲਸਾ ਜੀ ਸਰੀਰ ਅੰਦਰੋਂ ਹੀ ਕਮਜ਼ੋਰ ਹੋਈ ਜਾਂਦਾ ਹੈ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ ਮਨ ਮੂਰਖ। ਹਜੂਰ ਉੱਤਮ ਭਗਤੇ ਹਨ, ਮਨ ਨੂੰ ਉਪਦੇਸ਼ ਦਿੰਦੇ ਹਨ, ਮਨ ਮੂਰਖ ਅਜਹੂ ਨਹਿ ਸਮਝਤ, ਹੁਣ ਤਾਂ ਸਮਝ ਜਾ ਤੂੰ ਹਾਂਜੀ। ਸਿੱਖ ਦੈ ਹਾਰਿਓ ਨੀਤ। ਦੇਖ ਸਤ ਸੰਗਤ ਵੀ ਕਰਦਾ ਹੈ, ਇੰਨੀਆਂ ਸਿੱਖਿਆਵਾਂ ਵੀ ਮਿਲਦੀਆਂ ਹਨ, ਫਿਰ ਵੀ ਸਤ ਸੰਗਤ ਵਿੱਚ ਆ ਕੇ ਕਹਿੰਦਾ ਹੈ, ਸੁਣ ਕੇ ਬਾਹਰ ਜਾ ਕੇ ਫਿਰ ਕਹਿੰਦਾ ਹੈ ਐਂ ਥੋੜੀ ਨਾ ਹੁੰਦਾ ਹੈ, ਉੱਥੇ ਤਾਂ ਐਵੇਂ ਡਰਾਈ ਜਾਂਦੇ ਹਨ। ਪਰ ਹਜੂਰ ਖਾਲਸਾ ਜੀ ਸੰਸਾਰ ਦੀ ਹਾਲਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿਖਾ ਰਹੇ ਹਨ ਕਿ ਜਾਣ ਇਸ ਫਾਨੀ ਸੰਸਾਰ ਦੀ ਹਾਲਤ ਨੂੰ ਤੇ ਮਨ ਦੇ ਵਿੱਚ ਵਿਰਾਗ ਪੈਦਾ ਕਰ। ਜਦੋਂ ਵਿਰਾਗ ਪੈਦਾ ਹੋਊਗਾ ਕਿ ਇਹ ਸਭ ਕੁਝ ਨਾਸ਼ਵੰਤ ਹੈ, ਤੇਰੇ ਅੰਦਰ ਵੀ ਜਿਸ ਤਰ੍ਹਾਂ ਲਾਲਸਾ ਹੋਏਗੀ ਹਜੂਰ ਦੇ ਭਜਨ ਕਰਨ ਦੀ, ਸਿੱਖ ਦਾ ਹਾਰਿਓ ਨੀਤ। ਜਿਸ ਤਰ੍ਹਾਂ ਇੱਕ ਬਚਨ ਆਉਂਦੇ ਹਨ, ਵਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਮਨ ਬੌਰਾ ਹੋਇਆ ਪਿਆ ਹੈ। ਮਹਾਰਾਜ ਜੀ ਕਹਿੰਦੇ ਹਨ ਵਿਸ਼ਿਆਂ ਵਿੱਚ ਰਚਿਆ ਹੈ, ਇਹਨੂੰ ਆਨੰਦ ਆਉਂਦਾ ਹੈ, ਛੱਡਣਾ ਹੀ ਨਹੀਂ ਚਾਹੁੰਦਾ। ਹਜੂਰ ਕਹਿੰਦੇ ਹਨ ਸਿੱਖ ਦਾ ਹਾਰਿਓ ਨੀਤ। ਨਾਨਕ ਭਉ ਜਲ ਪਾਰ ਪਰੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਇਹ ਕਹਿੰਦੇ ਹਨ, ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ ਨਾਨਕ ਭਉ ਜਲ ਪਾਰ ਪਰੈ। ਜੋ ਗਾਵੈ ਪ੍ਰਭ ਕੇ ਗੀਤ। ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੇ ਤੂੰ ਗੀਤ ਗਾਵੇਂਗਾ, ਭਾਵ ਜਿਸ ਤਰ੍ਹਾਂ ਖਾਲਸਾ ਜੀ ਜੇ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਅਸੰਖ ਸੂਰ, ਭਾਵ ਗਿਣਤੀ ਵਿੱਚ ਨਹੀਂ ਆਉਂਦੇ, ਇੰਨੇ ਹਜੂਰ ਦੇ ਸੂਰਮੇ ਹੋਏ ਹਨ। ਮੋਹ ਪਖਸਾਰ, ਭਾਵ ਜੋ ਇਹ ਮੋਹ ਹੈ ਜਿਸ ਨੇ ਖਾਲਸਾ ਜੀ ਪੰਛੀ ਵਿਮੋਹਣ ਹੈ। ਬੰਦੇ ਦੀ ਤਾਂ ਕੀ ਗੱਲ ਸੀ, ਇਸ ਨੇ ਪਸ਼ੂ ਵੀ ਅਤੇ ਪੰਛੀ ਵੀ ਨੂੜ ਕੇ ਸੁੱਟ ਦਿੱਤੇ ਹਨ। ਜਿਸ ਤਰ੍ਹਾਂ ਬਾਂਦਰੀ ਦਾ ਜ਼ਿਕਰ ਵੀ ਆਉਂਦਾ ਹੈ ਕਿ ਜਦੋਂ ਬਾਂਦਰੀ ਦਾ ਜੋ ਬੱਚਾ ਚੜ੍ਹਾਈ ਕਰ ਜਾਂਦਾ ਹੈ, ਮਰੇ ਹੋਏ ਨੂੰ ਕੁੱਛੜ ਚੱਕ ਕੇ ਲਈ ਫਿਰਦੀ ਹੈ। ਇੰਨਾ ਮੋਹ ਪ੍ਰਬਲ ਹੈ ਸੰਸਾਰ ਦੇ ਵਿੱਚ। ਅਤੇ ਖਾਲਸਾ ਜੀ ਬੇਅੰਤ ਜ਼ਿਕਰ ਆਉਂਦੇ ਹਨ ਅਸੰਖ ਸੂਰ। ਹਜੂਰ ਦੇ ਜੋ ਗੁਰਸਿੱਖ ਹੁੰਦੇ ਹਨ ਭਾਰੀ ਸੂਰਮੇ ਹੁੰਦੇ ਹਨ। ਮੋਹ ਪਖਸਾਰ, ਜੋ ਇਹ ਮੋਹ ਰੂਪੀ ਜੋ ਖਾਲਸਾ ਜੀ ਸੈਨਾਪਤੀ ਹੁੰਦਾ ਹੈ ਆਸਰੀ ਸੰਪਦਾ ਦਾ, ਨੂੜ ਕੇ ਸੁੱਟ ਦਿੰਦੇ ਹਨ ਸੂਰਮੇ। ਜਿਸ ਤਰ੍ਹਾਂ ਇੱਕ ਜ਼ਿਕਰ ਆਉਂਦਾ ਹੈ ਰਾਜਾ ਨਰਮੋਹ। ਰਾਜੇ ਨਰਮੋਹ ਦਾ ਇੱਕ ਪੁੱਤਰ ਹੋਇਆ ਹੈ। ਰਾਜਕੁਮਾਰ ਜਦੋਂ ਉਹ ਸ਼ਿਕਾਰ ਖੇਡਣ ਵੱਲ ਜਾਂਦਾ ਹੈ ਤਾਂ ਸ਼ਿਕਾਰ ਖੇਡਦੇ ਖੇਡਦੇ ਜਿਸ ਤਰ੍ਹਾਂ ਇੱਕ ਜੋ ਖਾਲਸਾ ਜੀ ਜੋ ਰਿਸ਼ੀ ਦੀ ਝੁੱਗੀ ਵਿੱਚ ਜਾ ਵੜਦਾ ਹੈ,
ਜਦੋਂ ਖਾਲਸਾ ਜੀ ਉਸ ਤਪੇ ਦੀ ਝੁੱਗੀ ਵਿੱਚ ਜਾ ਵੜਿਆ ਤਾਂ ਉਸਨੇ ਦੇਖਿਆ ਕਿ ਤਪਾ ਹੈ। ਉਸਨੇ ਨਮਸਕਾਰ ਕੀਤੀ ਉਸ ਨੂੰ। ਤਾਂ ਖਾਲਸਾ ਜੀ ਬੜਾ ਸੁੰਦਰ ਰਾਜਕੁਮਾਰ ਸੀ। ਤਪਾ ਪੁੱਛਦਾ ਹੈ ਕਿ ਤੂੰ ਕਿਹੜੇ ਤੇਰੇ ਪਿਤਾ ਦਾ ਕੀ ਨਾਮ ਹੈ? ਤਾਂ ਉਹ ਕਹਿੰਦਾ ਹੈ ਮੇਰੇ ਪਿਤਾ ਦਾ ਨਾਮ ਨਿਰਮੋਹ ਹੈ। ਤਾਂ ਖਾਲਸਾ ਜੀ ਰਿਸ਼ੀ ਕਹਿੰਦਾ ਹੈ ਕਿ ਰਾਜ ਇੱਕ ਬੰਨੇ ਰਾਜ ਕਰਦਾ ਹੈ ਤੇ ਨਾਮ ਰੱਖਿਆ ਹੈ ਨਿਰਮੋਹ, ਭਾਵ ਜਿਹਨੂੰ ਕੋਈ ਮੋਹ ਹੀ ਨਾ ਹੋਵੇ। ਤਾਂ ਖਾਲਸਾ ਜੀ ਉਸ ਸਮੇਂ ਰਾਜਕੁਮਾਰ ਕਹਿੰਦਾ ਹੈ ਨਹੀਂ ਨਹੀਂ, ਮੇਰੇ ਪਿਤਾ ਜੀਆਂ ਦੀ ਕਰਨੀ ਵੀ ਐਸੀ ਹੈ, ਤੁਸੀਂ ਚਾਹੇ ਵੇਖ ਲਵੋ। ਤਾਂ ਉਸ ਸਮੇਂ ਜੋ ਉਹ ਤਪਾ ਸੀ ਕਹਿੰਦਾ ਹੈ ਲਿਆ ਤੂੰ ਆਪਣੀ ਪੁਸ਼ਾਕ ਮੈਨੂੰ ਦੇ ਦੇਵੇ, ਤੂੰ ਮੇਰੀ ਝੌਂਪੜੀ 'ਚ ਬੈਠ, ਮੈਂ ਤੇਰੇ ਪਿਤਾ ਜੀ ਪਾਸ ਜਾ ਕੇ ਮੈਂ ਦੇਖਣਾ ਚਾਹੁੰਦਾ ਹਾਂ। ਭਾਵ ਰਾਜੇ ਦੀ ਪਰਖ ਕਰਨ ਵਾਸਤੇ ਚਲੇ ਜਾਂਦਾ ਹੈ ਕਿ ਕੱਲਾ ਨਾਮ ਦਾ ਹੀ ਨਿਰਮੋਹ ਹੈ। ਜਦੋਂ ਮਹਿਲਾਂ ਵਿੱਚ ਜਾਂਦਾ ਹੈ, ਰਾਜੇ ਦੇ ਕੱਪੜੇ ਉਹ ਖਾਲਸਾ ਜੀ ਜੋ ਨੇ ਸ਼ਿਕਾਰ ਖੇਡਿਆ ਹੋਇਆ ਹੈ, ਲਹੂ ਲੱਗਾ ਹੋਇਆ ਸੀ, ਜਿਸ ਸਮੇਂ ਉਹਨਾਂ ਨੂੰ ਜਾ ਕੇ ਘਰੇ ਦਿਖਾਉਂਦਾ ਹੈ। ਪਹਿਲਾਂ ਜੋ ਉਸ ਰਾਜੇ ਦੀ ਚੇਰੀ ਹੁੰਦੀ ਹੈ, ਦਾਸੀ ਹੁੰਦੀ ਹੈ, ਉਹ ਮਿਲਦੀ ਹੈ ਅੱਗੋਂ। ਕਹਿੰਦਾ ਹੈ ਹੇ ਚੇਰੀ ਸੁਣ ਸਿਆਮ ਕੀ, ਭਾਵ ਕਿ ਹੇ ਰਾਜਕੁਮਾਰ ਦੀ ਚੇਰੀ ਤੂੰ ਮੇਰੀ ਗੱਲ ਸੁਣ। ਜੋ ਰਾਜੇ ਦਾ ਪੁੱਤਰ ਸੀ ਉਹ ਸ਼ੇਰ ਨੇ ਮੇਰੇ ਸਾਹਮਣੇ ਮਾਰ ਦਿੱਤਾ ਹੈ। ਤਾਂ ਚੇਰੀ ਕਹਿੰਦੀ ਹੈ ਕਿ ਨਾ ਮੈਂ ਚੇਰੀ ਸਿਆਮ ਕੀ, ਭਾਵ ਕਿ ਨਾ ਮੈਂ ਉਹਦੀ ਚੇਰੀ ਹਾਂ। ਇਹ ਤਾਂ ਪ੍ਰਲਾਲਬਧ ਦੇ ਮੁਤਾਬਕ ਮੈਂ ਉਸ ਦੀ ਚੇਰੀ ਬਣਨਾ ਸੀ, ਇਸ ਕਰਕੇ ਮੈਂ ਇਹਦੇ ਘਰ ਦੀ ਨੌਕਰ ਹਾਂ। ਅਤੇ ਖਾਲਸਾ ਜੀ ਜਦੋਂ ਉਹਨੇ ਦੇਖਿਆ ਕਿ ਚੇਰੀ ਨੂੰ ਤਾਂ ਕੋਈ ਮੋਹ ਹੀ ਨਹੀਂ ਹੈਗਾ, ਐਡੀਆਂ ਉੱਚੀਆਂ ਗੱਲਾਂ ਕਰ ਰਹੀ ਹੈ, ਫਿਰ ਉਸ ਰਾਜਕੁਮਾਰ ਦੀ ਪਤਨੀ ਪਾਸ ਜਾਂਦਾ ਹੈ। ਪਤਨੀ ਨੂੰ ਉਹਦੀ ਜਾ ਕੇ ਕਹਿੰਦਾ ਹੈ ਦੇਖ ਰਾਜਕੁਮਾਰ ਸ਼ਿਕਾਰ ਖੇਡਦਾ ਖੇਡਦਾ ਉਸ ਨੂੰ ਸ਼ੇਰ ਨੇ ਮਸਲ ਕੇ ਸੁੱਟ ਦਿੱਤਾ ਹੈ। ਤਾਂ ਖਾਲਸਾ ਜੀ ਉਦੋਂ ਕਹਿੰਦਾ ਹੈ ਰਾਜਕੁਮਾਰੀ ਕਿ ਪੂਰਬ ਕਰਮ ਕਰਕੇ ਮਿਲੇ ਹਾਂ, ਪਰ ਕਹਿੰਦੀ ਹੈ ਉਸ ਦੇ ਨਾਲ ਮੇਰਾ ਇੰਨਾ ਹੀ ਲਿਖਿਆ ਸੀ ਲੱਗਦਾ, ਜੇ ਹੁਣ ਵਿਛੋੜਾ ਹੋ ਗਿਆ ਹੈ, ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਹੈ। ਉਹ ਦੇਖਦਾ ਹੈ ਕਿ ਇਹਦੀ ਪਤਨੀ ਨੂੰ ਵੀ ਕੋਈ ਮੋਹ ਨਹੀਂ ਹੈ। ਤਾਂ ਖਾਲਸਾ ਜੀ ਉਸ ਸਮੇਂ ਉਹਦੀ ਮਾਤਾ ਕੋਲ ਜਾਂਦਾ ਹੈ, ਕਹਿੰਦਾ ਹੈ ਹੇ ਰਾਜਕੁਮਾਰੀ ਭਾਵ ਰਾਜ ਮਾਤਾ ਕਿ ਸੁੱਤ ਖਾਇਓ ਮ੍ਰਿਗਰਾਜ, ਭਾਵ ਮ੍ਰਿਗਰਾਜ ਸ਼ੇਰ ਨੇ ਤੇਰਾ ਪੁੱਤਰ ਖਾ ਲਿਆ ਹੈ। ਤਾਂ ਉਸ ਦੀ ਮਾਤਾ ਵੀ ਕਹਿੰਦੀ ਹੈ ਅੱਗੋਂ ਜੋ ਇਹ ਸੰਸਾਰ ਹੈ ਇਹ ਰੁੱਖ ਦੀ ਨਿਆਈ ਹੈ ਤੇ ਬੜੇ ਪੰਛੀ ਇਸ ਤੇ ਆ ਕੇ ਲਗੇ ਜਾਂਦੇ ਹਨ। ਕੀ ਹੋਇਆ? ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ। ਇਸੇ ਤਰ੍ਹਾਂ ਖਾਲਸਾ ਜੀ ਜਦੋਂ ਰਾਜੇ ਕੋਲ ਜਾਂਦਾ ਹੈ, ਰਾਜੇ ਨੂੰ ਕਹਿੰਦਾ ਹੈ ਰਾਜਾ ਮੁਖ ਤੇ ਰਾਮ ਕਹੋ, ਪਲ ਪਲ ਘੜੀ ਘੜੀ ਸੁੱਤ ਖਾਇਓ ਮ੍ਰਿਗਰਾਜ ਨੇ ਮੇਰੇ ਪਾਸ ਖੜੀ। ਕਹਿੰਦਾ ਹੈ ਰਾਜਾ ਮੁਖ ਤੋਂ ਰਾਮ ਰਾਮ ਕਰ, ਬੜਾ ਭਾਣਾ ਵਰਤ ਗਿਆ ਹੈ, ਤੇਰਾ ਪੁੱਤਰ ਸ਼ੇਰ ਨੇ ਖਾ ਲਿਆ ਹੈ ਤੇ ਮੈਂ ਉੱਥੇ ਹੀ ਪਾਸ ਰਹਿੰਦਾ ਸੀ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਆ ਦੇਖ ਤੇਰੇ ਰਾਜਕੁਮਾਰ ਦੀ ਲਹੂ ਲਿਬੜੀ ਪੋਸ਼ਾਕ ਲੈ ਕੇ ਆਇਆ ਹਾਂ। ਤਾਂ ਉਸ ਸਮੇਂ ਜੋ ਰਾਜੇ ਦਾ ਉੱਤਰ ਸੀ ਤਪਿਆ ਤਪ ਕਿਉਂ ਛੋੜਿਓ, ਇਹਾ ਤਣਕ ਨਹੀਂ ਸੋਗ, ਵਾਸਾ ਜਗਤ ਸਰਾਏ ਕਾ ਸਭ ਮੁਸਾਫਰ ਲੋਗ। ਕਹਿੰਦਾ ਹੈ ਤਪਾ ਜੀ ਤੁਸੀਂ ਆਪਣਾ ਤਪ ਕਿਉਂ ਛੱਡ ਦਿੱਤਾ? ਤੁਸੀਂ ਆਪਣਾ ਤਪ ਕਰਦੇ ਰਹਿਣਾ ਸੀ, ਇੱਥੇ ਰੱਤੀ ਮਾਤਰ ਵੀ ਸੋਗ ਨਹੀਂ ਹੈ। ਜੋ ਇਹ ਸੰਸਾਰ ਹੈ ਮੁਸਾਫਰ ਖਾਨੇ ਦੀ ਨਿਆਈ ਹੈ ਤੇ ਖਾਲਸਾ ਜੀ ਮੁਸਾਫਰ ਖਾਨੇ ਦੇ ਵਿੱਚ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਉਹ ਕਹਿੰਦਾ ਹੈ ਉਸ ਖਾਲਸਾ ਜੀ ਤਪੇ ਨੂੰ ਤੂੰ ਆਪਣਾ ਤਪ ਕਰਨਾ ਸੀ, ਤਾਂ ਇੱਥੇ ਤਾਂ ਸੰਸਾਰ ਮੁਸਾਫਰ ਖਾਨੇ ਦੀ ਨਿਆਈ ਹੈ। ਚਰਨਾਂ ਤੇ ਢਹਿ ਪਿਆ ਰਾਜੇ ਦੇ। ਕੀ ਦੇਖਦਾ ਹੈ ਉਹ ਜੋ ਤਪਾ ਸੀ? ਕਹਿੰਦਾ ਹੈ ਧੰਨ ਹੋ, ਵਾਕਈ ਹੀ ਤੁਹਾਡਾ ਨਾਮ ਨਿਰਮੋਹ ਹੈ, ਤੁਹਾਨੂੰ ਕੋ ਮੋਹ ਨਹੀਂ ਹੈਗਾ। ਜਿਸ ਤਰ੍ਹਾਂ ਉਸਨੇ ਫਿਰ ਬਚਨ ਉਚਾਰਿਆ ਸੀ ਕਿਆ ਰਾਜਾ ਕਿਆ ਰੰਕ ਹੈ, ਕੌਣ ਤਪੀ ਸੰਨਿਆਸ, ਜਾ ਪਰ ਪ੍ਰਭੂ ਕਿਰਪਾ ਕਰੈ ਤਾਕੈ ਹਿਰਦੈ ਪ੍ਰਗਾਸ। ਕਿ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ। ਹਜੂਰ ਦੇ ਗੁਰਸਿੱਖ ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਜੀਆਂ ਦਾ ਨਾਮ ਜਪਦੇ ਹੋਏ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੇ ਹਨ, ਪਰ ਜਾਣ ਲੈਂਦੇ ਹਨ ਕਿ ਇਹ ਦੁਨੀਆ ਜੋ ਹੈ ਸੰਸਾਰ ਨਾਸ਼ਵੰਤ ਹੈ। ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਹਨ, ਪਰ ਇਹਨਾਂ ਵਿੱਚ ਖੁੱਭਦੇ ਨਹੀਂ ਤੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਲਈ ਵੀ ਸਮਾਂ ਕੱਢਦੇ ਹਨ। ਵੱਡੇ ਵੇਲੇ ਅੰਮ੍ਰਿਤ ਵੇਲੇ ਆ ਕੇ ਹਜੂਰ ਦੇ ਦਰਸ਼ਨ ਕਰਦੇ ਹਨ, ਸ਼ਾਮ ਨੂੰ ਵੀ ਦਰਸ਼ਨ ਕਰਦੇ ਹਨ। ਹਜੂਰ ਨੇ ਕਿਰਪਾ ਕੀਤੀ ਹੈ, ਐਸੀਆਂ ਕਿਰਤਾਂ ਬਖਸ਼ੀਆਂ ਹਨ ਕਿ ਕੰਮ ਤੇ ਵੀ ਖਾਲਸਾ ਜੀ ਕੋਈ ਉਹਨਾਂ ਨੂੰ ਬੁਲਾਉਂਦਾ ਨਹੀਂ। ਕੰਮ ਤੇ ਵੀ ਕਈ ਪਾਠ ਸੁਖਮਨੀ ਸਾਹਿਬ ਦੇ ਕਰ ਲਿਆ ਕਰਦੇ ਹਨ। ਜੇ ਕਰਨਾ ਹੋਵੇ
ਤਾਂ ਹੈੱਡਫੋਨ ਲਾ ਕੇ ਸੁਣ ਵੀ ਲੈਂਦੇ ਹਨ। ਐਸੇ ਕੈਨੇਡਾ ਦੀ ਧਰਤੀ ਤੇ ਵੀ ਗੁਰਸਿੱਖ ਹਨ। ਹਜੂਰ ਨੂੰ ਜਿਸ ਤਰ੍ਹਾਂ ਖਾਲਸਾ ਜੀ, ਫਿਰ ਉਸ ਨੇ ਜਦੋਂ ਪੰਡਤ ਨੇ ਵੇਖਿਆ ਕਿ ਘਰਦਿਆਂ ਵਿੱਚ ਤਾਂ ਕੋਈ ਮੋਹ ਹੈ ਨਹੀਂ, ਜਾ ਕੇ ਰਾਜਕੁਮਾਰ ਨੂੰ ਦੇਖਦਾ ਹਾਂ। ਜਿਸ ਸਮੇਂ ਰਾਜਕੁਮਾਰ ਨੂੰ ਜਾ ਕੇ ਕਹਿੰਦਾ ਹੈ ਕਿ ਰਾਜਕੁਮਾਰ ਅਨਰਥ ਹੋ ਗਿਆ, ਮੈਂ ਜਦੋਂ ਉੱਥੇ ਤੁਹਾਡੇ ਰਾਜ ਵਿੱਚ ਗਿਆ ਉੱਥੇ ਤਾਂ ਜੰਗ ਲੱਗ ਗਈ, ਤੇਰਾ ਪਿਤਾ ਚੜ੍ਹਾਈ ਕਰ ਗਿਆ, ਕੋਈ ਵੀ ਤੇਰਾ ਉੱਥੇ ਹੁਣ ਰਾਜ ਨਹੀਂ ਸੀ। ਤਾਂ ਖਾਲਸਾ ਜੀ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਜੋ ਰਾਜਕੁਮਾਰ ਕਹਿੰਦਾ ਹੈ ਇੱਕ ਦਿਨ ਲੋਕ ਕੁਟੰਬ ਤੇ ਆਖਰ ਵਿਛੜਨ ਹੋਏ, ਤਾਂ ਤੋ ਹਮ ਪਹਿਲੇ ਤਜੇ ਸੰਗ ਨਾ ਕਰੋ ਕੋਏ। ਕਹਿੰਦਾ ਹੈ ਜੇ ਮੈਂ ਪਹਿਲਾਂ ਚਲੇ ਜਾਂਦਾ ਤਾਂ ਮੇਰੇ ਨਾਲ ਕਿੰਨੇ ਜਾਣਾ ਸੀ, ਇਹ ਸੰਸਾਰ ਫਾਨੀ ਹੈ। ਕਹਿੰਦਾ ਹੈ ਚਲਤੇ ਮਾਰਗ ਏਕ ਮੈਂ ਮਿਲੈ ਬਟਾਊ ਸਾਥ, ਭਾਵੈ ਅਬ ਹੀ ਵਿਛੜੈ ਭਾਵੈ ਕੋਸ਼ 50। ਕਹਿੰਦਾ ਹੈ ਇਹ ਸੰਸਾਰ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਖਾਲਸਾ ਜੀ ਰਸਤੇ ਦੇ ਵਿੱਚ ਨਾਲ ਰਾਹੀ ਮਿਲ ਜਾਂਦੇ ਹਨ, ਚਾਹੇ ਹੁਣੇ ਵਿਛੜ ਜਾਣ, ਚਾਹੇ 50 ਕੋਸ਼ ਜਾ ਕੇ ਵਿਛੜ ਜਾਣ, ਸਭ ਨੇ ਇਥੋਂ ਵਿਛੜ ਜਾਣਾ ਹੈ। ਤਾਂ ਰਾਜਕੁਮਾਰ ਕਹਿੰਦਾ ਹੈ ਕਿਆ ਕਹੀਏ ਕਿਆ ਛੋੜੀਐ, ਥੋੜੈ ਜੀਵਨ ਕਾਜ, ਛੱਡ ਸਭ ਜਾਤ ਹੈ ਧਨ ਘਰ ਬੰਧੂ ਰਾਜ। ਕਹਿੰਦਾ ਹੈ ਸਭ ਨੇ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ, ਜੋ ਧਨ ਹਨ, ਰਿਸ਼ਤੇਦਾਰ ਹਨ, ਘਰ ਬਾਰ ਹਨ। ਤਾਂ ਖਾਲਸਾ ਜੀ ਭਗਤ ਫਰੀਦ ਜੀ ਵੀ ਜਿਸ ਤਰ੍ਹਾਂ ਕਹਿੰਦੇ ਹਨ, ਜਿਸ ਤਰ੍ਹਾਂ ਹਜੂਰ ਕਹਿ ਰਹੇ ਹਨ, ਇਹ ਅਚਰਜ ਹੈ ਰੀਤ, ਬੜੀ ਅਚਰਜ ਜੀ ਰੀਤੀ ਹੈ। ਭਗਤ ਫਰੀਦ ਜੀ ਕਹਿੰਦੇ ਹਨ ਏਨੀ ਲੋਇਣ ਦੇਖਿਆ ਕੇਤੀ ਚੱਲ ਗਈ, ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ। ਜਿਸ ਤਰ੍ਹਾਂ ਖਾਲਸਾ ਜੀ ਫਰੀਦ ਜੀ ਕਹਿੰਦੇ ਹਨ ਮੈਂ ਇਹਨਾਂ ਨੇਤਰਾਂ ਨਾਲ ਦੇਖਿਆ ਹੈ। ਕਹਿੰਦਾ ਹੈ ਮੈਂ ਪੁੱਤਰ ਵਿਆਹ ਲਵਾਂਗਾ ਫਿਰ ਵਿਹਲਾ ਹੋ ਜਾਵਾਂਗਾ, ਇਹ ਕੰਮ ਕਰਨੇ ਹਨ। ਬੜੇ ਬੜੇ ਬਿਜ਼ਨਸ ਕਹਿੰਦੇ ਸਨ, ਜੋ ਕਹਿੰਦੇ ਹੁੰਦੇ ਸਨ ਪੁੱਤਰ ਦਾ ਵਿਆਹ ਬੜੀ ਸ਼ਾਨ ਨਾਲ ਕਰਾਂਗਾ, ਆਹ ਕੰਮ ਆਰੰਭ ਕਰ ਲੈਣਾ ਹੈ, ਉਦੋਂ ਬਾਅਦ ਚੋਂ ਮੇਰੇ ਕੋਲ ਪੈਸੇ ਆ ਜਾਣਗੇ। ਜਿਸ ਤਰ੍ਹਾਂ ਸ਼ੇਖ ਚਿਲੀ ਦੀ ਸਾਖੀ ਆਉਂਦੀ ਹੈ, ਸ਼ੇਖ ਚਿਲੀ ਇੱਕ ਸ਼ਾਹੂਕਾਰ ਦਾ ਤੇਲ ਦਾ ਕੁੱਪਾ ਭਰ ਲਿਆ ਉਹਨੇ, ਭਾਵ ਸ਼ਾਹੂਕਾਰ ਲਗਾ ਆਉਂਦਾ ਸੀ। ਸ਼ਾਹੂਕਾਰ ਕਹਿੰਦਾ ਜੇ ਤੂੰ ਇਹ ਤੇਲ ਦਾ ਕੁੱਪਾ ਸਿਰ ਤੇ ਚੱਕ ਕੇ ਮੇਰੇ ਘਰੇ ਛੱਡ ਆਵੇਂਗਾ ਤਾਂ ਤੈਨੂੰ 5 ਰੁਪਏ ਮਜ਼ਦੂਰੀ ਦੇਵਾਂਗਾ। ਸ਼ੇਖ ਚਿਲੀ ਮੰਨ ਜਾਂਦਾ ਹੈ। ਸੀਸ ਤੇ ਚੱਕ ਕੇ ਕੁੱਪਾ ਜਦੋਂ ਤੁਰਿਆ ਜਾਂਦਾ ਹੈ, ਮਨ ਵਿੱਚ ਘਾੜਤਾਂ ਘਟਦਾ ਹੈ। ਕੀ ਮਨ ਵਿੱਚ ਘਾੜਤਾਂ ਘਟਦਾ ਹੈ? ਕਹਿੰਦਾ ਹੈ 5 ਰੁਪਈਆਂ ਦੀ ਮੈਂ ਇੱਕ ਮੁਰਗੀ ਲਵਾਂਗਾ ਜਾ ਕੇ। ਮੁਰਗੀ ਤੋਂ ਫਿਰ ਜਦੋਂ ਮੁਰਗੀ ਆਂਡਾ ਦੇਵੇਗੀ, ਆਂਡੇ ਦੇ ਵਿੱਚੋਂ 2 ਮੁਰਗੀਆਂ ਹੋ ਜਾਣਗੀਆਂ। ਇਸ ਤਰ੍ਹਾਂ ਕਰਦੇ ਕਰਦੇ ਕਈ ਮੁਰਗੀਆਂ ਇਕੱਠੀਆਂ ਹੋ ਜਾਣਗੀਆਂ। ਜਦੋਂ ਇੰਨੀਆਂ ਮੁਰਗੀਆਂ ਇਕੱਠੀਆਂ ਹੋ ਗਈਆਂ, ਫਿਰ ਮੈਂ ਆਪਣਾ ਬਿਜ਼ਨਸ ਹੋਰ ਵਧਾ ਲਵਾਂਗਾ, ਫਿਰ ਬੱਕਰੀਆਂ ਲੈ ਕੇ ਆਵਾਂਗਾ, ਇਸ ਤਰ੍ਹਾਂ ਮੈਂ ਬੜਾ ਅਮੀਰ ਹੋ ਜਾਵਾਂਗਾ। ਹੌਲੀ ਹੌਲੀ ਕਹਿੰਦਾ ਮੈਂ ਸੱਥਾਂ ਵਿੱਚ ਬੈਠਿਆ ਕਰਾਂਗਾ, ਮੋਹਤਬਾਰ ਬੰਦਾ ਬਣ ਜਾਵਾਂਗਾ। ਇਸ ਤੋਂ ਬਾਅਦ ਕਹਿੰਦਾ ਹੌਲੀ ਹੌਲੀ ਮੈਂ ਪਿੰਡ ਦਾ ਸਰਪੰਚ ਬਣ ਜਾਵਾਂਗਾ। ਫਿਰ ਜਦੋਂ ਮੇਰੇ ਪੁੱਤਰ ਮੈਨੂੰ ਘਰੋਂ ਆਵਾਜ਼ ਮਾਰਨ ਆਇਆ ਕਰਨਗੇ ਕਿ ਬਾਪੂ ਘਰੇ ਚੱਲ, ਮੈਂ ਇਸ ਤਰ੍ਹਾਂ ਹੱਥ ਹਿਲਾ ਕੇ ਕਵਾਂਗਾ ਕਿ ਨਹੀਂ ਨਹੀਂ ਮੈਂ ਨਹੀਂ ਘਰੇ ਆਉਣਾ। ਤੇ ਖਾਲਸਾ ਜੀ ਜਦੋਂ ਹੱਥ ਹਿਲਾਉਂਦਾ ਹੈ ਫੁਰਨਿਆਂ 'ਚ, ਸਿਰ ਤੇ ਤੇਲ ਦਾ ਕੁੱਪਾ ਭਰਿਆ ਡਿੱਗ ਪੈਂਦਾ ਹੈ। ਤਾਂ ਖਾਲਸਾ ਜੀ ਸ਼ਾਹੂਕਾਰ ਕਹਿੰਦਾ ਹੈ ਓਏ ਇਹ ਕੀ ਕੀਤਾ, ਮੇਰਾ ਤੇਲ ਦਾ ਭਰਿਆ ਕੁੱਪਾ ਤੂੰ ਡੇਗ ਦਿੱਤਾ। ਤਾਂ ਅੱਗੋਂ ਸ਼ੇਖ ਚਿਲੀ ਕਹਿੰਦਾ ਹੈ ਤੇਰਾ ਤਾਂ ਕੁੱਪਾ ਡੁੱਲਾ, ਮੇਰਾ ਤਾਂ ਸਾਰਾ ਪਰਿਵਾਰ ਹੀ ਉਜੜ ਗਿਆ, ਮੇਰਾ ਤਾਂ ਸਾਰਾ ਬਿਜ਼ਨਸ ਹੀ ਖਤਮ ਹੋ ਗਿਆ। ਇਸੇ ਤਰ੍ਹਾਂ ਭਗਤ ਫਰੀਦ ਜੀ ਕਹਿੰਦੇ ਹਨ ਇੰਨੀ ਲੋਇਣ ਦੇਖਿਆ ਕੇਤੀ ਚੱਲ ਗਈ। ਕਹਿੰਦੇ ਸਨ ਪੁੱਤਰਾਂ ਦੇ ਵਿਆਹ ਕਰਾਂਗੇ, ਵਿੱਚ ਹੀ ਰਹਿ ਜਾਂਦੇ ਹਨ, ਪਹਿਲਾਂ ਹੀ ਪ੍ਰਾਣ ਤਿਆਗ ਜਾਂਦੇ ਹਨ। ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ। ਪਰ ਫਰੀਦ ਜੀ ਕਹਿੰਦੇ ਹਨ ਮੈਨੂੰ ਤਾਂ ਆਪਣੀ ਪਈ ਹੋਈ ਹੈ, ਸਰੀਰ ਬਿਰਧ ਹੋ ਗਿਆ ਹੈ। ਦੇਖ ਅੱਲਾ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ, ਹਜੂਰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਗਈ ਹੈ। ਮਹਾਰਾਜ ਜੀ ਜਿਸ ਤਰ੍ਹਾਂ ਆਪ ਜੀਆਂ ਦੇ ਗੁਰਸਿੱਖ ਆਪ ਜੀਆਂ ਨੂੰ ਪ੍ਰੇਮ ਨਾਲ ਪੁਨ੍ਹਾ ਯਾਦ ਕਰਦੇ ਹਨ, ਸੇਵਾ ਕਰਦੇ ਹਨ, ਹਜੂਰ ਮੈਨੂੰ ਕਿਉਂ ਨਹੀਂ ਐਸੀ ਤੜਫ ਲੱਗਦੀ। ਫਰੀਦ ਜੀ ਕਹਿੰਦੇ ਹਨ ਮੈਨੂੰ ਤਾਂ ਆਪਣੀ ਪਈ ਹੋਈ ਹੈ ਅੱਲਾ, ਦੇਖ ਤੇਰੀ ਯਾਦ ਵਿੱਚ ਸਾਰੀ ਉਮਰ ਮਹਾਰਾਜ ਜੀ ਲੰਘਦੀ ਜਾ ਰਹੀ ਹੈ। ਹਜੂਰ ਕਿਰਪਾ ਕਰੋ, ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ, ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੈ ਜੀਓ। ਮਹਾਰਾਜ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਨਾਲ ਪ੍ਰੀਤ ਹੈ, ਦੂਜੀਆਂ ਗੱਲਾਂ ਤਾਂ ਮਹਾਰਾਜ ਜੀ ਸਾਨੂੰ ਭਾਉਂਦੀਆਂ ਹੀ ਨਹੀਂ। ਇਸੇ ਤਰ੍ਹਾਂ ਨਾਨਕ ਭਉ ਜਲ ਪਾਰ ਪਰੈ। ਨਾਨਕ ਭਉ ਜਲ ਪਾਰ ਪਰੈ। ਭਉ ਕਹਿੰਦੇ ਹਨ ਡਰ, ਅਤੇ ਜੋ ਇਹ ਜਲ ਭੈ ਦਾ ਇੱਕ ਸੰਸਾਰ ਹੈ। ਭਉ ਜਨਮ ਨੂੰ ਵੀ ਕਿਹਾ ਜਾਂਦਾ ਹੈ
ਅਤੇ ਜਿਸ ਦੇ ਵਿੱਚ ਬੰਦਾ ਵਾਰ-ਵਾਰ ਜਨਮ ਲੈ ਕੇ ਆਉਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾ ਰਹੇ ਹਨ ਕਿ ਇਹ ਭੈਦਾਇਕ ਸੰਸਾਰ ਤੋਂ ਸੁਰਖਰੂ ਹੋ ਕੇ ਸੋਹਣੇ ਚਿਹਰੇ ਲੈ ਕੇ ਗੁਰਸਿੱਖ ਪਾਰ ਹੋ ਜਾਂਦੇ ਹਨ। ਅਸੰਖ, ਜਿਸ ਤਰ੍ਹਾਂ ਜ਼ਿਕਰ ਆ ਰਿਹਾ ਸੀ, ਅਸੰਖ ਸੂਰ ਮੋਹ ਪਖਸਾਰ, ਇਹ ਜੋ ਮੋਹਦਾਇਕ ਵੱਡੇ ਸੂਰਮੇ ਹਨ, ਮਹਾਰਾਜ ਜੀਆਂ ਦੇ ਗੁਰਸਿੱਖ ਮਹਾਰਾਜ ਜੀਆਂ ਦਾ ਥਾਪੜਾ ਲੈ ਕੇ ਪੱਖ ਦਿੰਦੇ ਹਨ, ਨੂੜ ਕੇ ਸੁੱਟ ਦਿੰਦੇ ਹਨ। ਜੋ ਗਾਵੈ ਪ੍ਰਭ ਕੇ ਗੀਤ, ਜੋ ਗਾਵੈ ਪ੍ਰਭ ਕੇ ਗੀਤ, ਸਤਿਗੁਰ ਸ਼ਬਦ ਕਮਾਈਐ, ਮਨ ਕੋ ਪ੍ਰੇਮ ਲਗਾਏ, ਪ੍ਰਿਖ ਪ੍ਰਤੀਤ ਨਿਜ ਦਾਸ ਕੀ, ਨਦਰ ਕਰੇ ਹਰ ਰਾਏ। ਜਦੋਂ ਗੁਰਸਿੱਖ ਪ੍ਰੇਮ ਨਾਲ ਹਜੂਰ ਨੂੰ ਪੁਨ੍ਹਾ ਯਾਦ ਕਰਦੇ ਹਨ, ਦਾਸਰਿਆਂ ਦੀ ਇੱਕ ਖਾਲਸਾ ਜੀ ਕਦਮ ਪੁੱਟਿਆ ਹੋਇਆ। ਜਿਸ ਤਰ੍ਹਾਂ ਕਹਿੰਦੇ ਹਨ, ਹਜੂਰ ਅਜਾਈ ਨਹੀਂ ਗਵਾਉਂਦੇ, ਦੇਖ ਤੂੰ ਜੇ ਇੱਕ ਕਦਮ ਪੱਟ ਕੇ ਆਉਂਦਾ ਹੈ, ਹਜੂਰ ਅੱਗੋਂ ਕਰੋੜਾ ਕਦਮ ਤੇਰੇ ਵੱਲ ਪੱਟ ਕੇ ਆਉਂਦੇ ਹਨ। ਇਹ ਖਾਲਸਾ ਜੀ ਕਦੇ ਵੀ ਵਿਅਰਥ ਨਹੀਂ ਜਾਇਆ ਕਰਦੀ ਕਾਰਜ। ਜੇ ਇੱਕ ਸੰਗਤ ਦਾ ਜੋੜਾ ਵੀ ਸਾਫ਼ ਕੀਤਾ ਜਾਵੇ, ਕੇਵਲ ਇੱਕ ਬਰਤਨ ਹੀ ਮਾਂਜ ਦਿੱਤਾ ਜਾਵੇ, ਉਹ ਵੀ ਖਾਲਸਾ ਜੀ ਬੜਾ ਸਹਾਈ ਹੁੰਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਸਤਿਗੁਰ ਸ਼ਬਦ ਕਮਾਈਐ, ਮਨ ਕੋ ਪ੍ਰੇਮ ਲਗਾਏ, ਇਹ ਸ਼ਬਦ ਹਜੂਰ ਨੇ ਚਾਰਨ ਕੀਤੇ ਹਨ। ਹਿਰਦੇ ਦੇ ਵਿੱਚ ਬਰਾਗ ਧਾਰ ਕੇ ਹਜੂਰ ਦੇ ਸ਼ਬਦ ਕਮਾਈਏ, ਪਿਖ ਪ੍ਰਤੀਤ ਨਿਜ ਦਾਸ ਕੀ, ਨਦਰ ਕਰੇ ਹਰ ਰਾਏ। ਹਜੂਰ ਅਵਸ਼ ਬਰ ਅਕਾਲ ਪੁਰਖ ਵਾਹਿਗੁਰੂ ਨਦਰ ਕਰਦਾ ਹੈ, ਜੇ ਉਪਮਾ ਸ਼੍ਰੀ ਨਾਥ ਕੀ ਗਾਏ ਹੈ, ਤੇ ਭਾਵ ਫਾਸ ਨਾ ਫੇਰ ਪਰੈਂਗੇ। ਆਰਤ ਜਗ ਕਰੇ ਹਰ ਹਿਤੂ, ਰਰੈ ਸ੍ਰੀ ਨਾਥ ਨਿਸ਼ਚੈ ਕਹਿ ਤਰੈਂਗੇ। ਹਜੂਰ ਫਰਮਾ ਰਹੇ ਹਨ, ਨਿਸ਼ਚੇ ਨਾਲ ਤਰਨਗੇ, ਰੰਚਕ ਮਾਤਰ ਵੀ ਸ਼ੰਕਾ ਨਹੀਂ ਹੈਗਾ। ਜੇ ਪੂਜਬੇ ਜੋਗ ਨਾ ਔਰ ਹੈ ਦੂਸਰ, ਏਕ ਗੋਪਾਲ ਗੋਪਾਲ ਕਰੈਂਗੇ। ਯਹ ਲੋਕ ਸੁਖੀ ਪਰਲੋਕ ਖਲਾਸ, ਅਕਾਲ 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 ਕਰੈਂਗੇ। ਹਜੂਰ ਕਹਿੰਦੇ ਹਨ, ਦੇਖ ਤੂੰ ਕਦੇ ਜਪ ਕੇ ਹੀ ਨਹੀਂ ਦੇਖਿਆ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਕੋਈ ਤਨ ਦੁਖੀ, ਕੋਈ ਧਨ ਦੁਖੀ, ਅਤੇ ਖਾਲਸਾ ਜੀ ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਜਿਸ ਤਰ੍ਹਾਂ ਖਾਲਸਾ ਜੀ ਕਿਸੇ ਨੂੰ ਵੀ ਇਸ ਸੰਸਾਰ ਦੀ ਧਨ ਦੌਲਤ ਨੇ ਕਦੀ ਵੀ ਸੁੱਖ ਨਹੀਂ ਦਿੱਤਾ। ਹਜੂਰ ਕਿਰਪਾ ਕਰਨ, ਮਹਾਰਾਜ ਜੀਆਂ ਦਾ ਉਪਦੇਸ਼ ਹਿਰਦੇ ਵਿੱਚ ਵਸੇ, ਹਜੂਰ ਆਪ ਹੀ ਕਿਰਪਾ ਕਰਨ, ਕਮਾਈਏ ਵੀ ਹਜੂਰ ਦੇ ਦੱਸੇ ਹੋਏ ਮਾਰਗ ਤੇ ਚੱਲੀਏ। ਅੱਜ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ, ਮਹਾਰਾਜ ਜੀਆਂ ਦੇ 400 ਸਾਲਾ ਗੁਰਪੁਰਬ, ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਸੀ। ਹਜੂਰ ਦੀ ਬਾਣੀ ਐਸੀ ਹੈ, ਪੱਥਰ ਦਿਲਾਂ ਤੇ ਵੀ ਅਸਰ ਕਰਦੀ ਹੈ। ਮਹਾਰਾਜ ਜੀ ਕਿਰਪਾ ਕਰਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ, ਬਖਸ਼ ਦੇਣਾ ਅਰਦਾਸ ਕਰਨੀ, ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਨ ਮੂਰਖ ਅਜ ਹੋ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਨਾਨਕ ਭਉ ਜਲ ਪਾਰ ਪਰੈ, ਜੋ ਗਾਵੈ